ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ, ਚਿਹਰੇ ਵਾਲਿਆ ਵੇਖਦਾ ਆਈ ਵੇ, ਮੇਰਾ ਫੋਨ ਗਵਾਚਾ, ਨਿਗਾਹ ਮਾਰਦਾ ਆਈ ਵੇ, ਮੇਰਾ ਫੋਨ ਗਵਾਚਾ। ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਵरुण ਕੌਰ ਮਾਨ। ਤੁਸੀਂ ਕਹਿੰਦੇ ਹੁਣੇ ਹੈ ਲੌਂਗ ਗਵਾਚਾ ਸੀ, ਇਹ ਕਿੱਥੇ ਫੋਨ ਗਵਾਚੇ ਦੀਆਂ ਗੱਲਾਂ ਕਰਦੀ ਫਿਰਦੀ ਹੈ। ਇਦਾਂ ਹੀ ਆ ਭਾਈ, ਸਾਰਾ ਕੁਝ ਬਦਲੀ ਜਾਣ ਡਿਆ, ਲਿਖਣ ਵਾਲਿਆਂ ਦੀਆਂ ਕਲਮਾਂ ਦੇ ਵਿੱਚ ਵੀ ਬਦਲਾਅ ਆ ਗਿਆ। ਸੋ ਹੁਣ ਜਦੋਂ ਨੱਚਦੇ ਆ ਜਾਗੋ ਦੇ ਉੱਤੇ, ਭੰਗੜਾ ਪਾਉਂਦੇ ਆ, ਗਿੱਧਾ ਪਾਉਂਦੇ ਆ, ਬੋਲੀਆਂ ਦੇ ਵਿੱਚ ਬਦਲਾਅ ਤਾਂ ਆਉਣਾ ਹੀ ਆ। ਪਹਿਲਾਂ ਮੱਛਰ ਲੜਦੇ ਹੁੰਦੇ ਸੀ, ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾ ਲਈ ਤੋੜ ਕੇ। ਸੋ ਇਹ ਤਾਂ ਸਮੇਂ ਦੇ ਹਿਸਾਬ ਦੇ ਨਾਲ ਸਾਰਾ ਕੁਝ ਬਦਲਿਆ, ਪਰ ਸਮੇਂ ਦੇ ਹਿਸਾਬ ਦੇ ਨਾਲ ਕੀ ਸਾਡੇ ਲੋਕ ਨਾਚਾਂ ਦੇ ਵਿੱਚ ਬਦਲਾਅ ਆਉਣ ਲੱਗਿਆ? ਜੇ ਬਦਲਾਅ ਆਉਣ ਲੱਗ ਗਿਆ ਫਿਰ ਉਹ ਲੋਕ ਨਾਚ ਕਿਵੇਂ ਰਹਿ ਜਾਣਗੇ? ਇਹਨਾਂ ਦਾ ਜਿਹੜਾ ਹੈਗਾ ਇਤਿਹਾਸ ਕੀ ਹੁੰਦਾ ਆ, ਕਿਹੜੇ ਲੋਕ ਨਾਚ ਸਾਡੇ ਅਲੋਪ ਹੋ ਗਏ ਆ, ਔਰ ਕਿੰਨੀ ਔਖੀ ਆ ਖੋਜ ਕਰਨੀ ਉਹਨਾਂ ਲੋਕ ਨਾਚਾਂ ਦੀ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਹੱਲੇ ਪਤਾ ਹੀ ਨਹੀਂ। ਬਹੁਤ ਸਾਰੇ ਸਵਾਲ ਆ ਨਾ ਮੇਰੀਆਂ ਗੱਲਾਂ ਦੇ ਨਾਲ, ਤੁਹਾਡੇ ਦਿਮਾਗ ਦੇ ਵਿੱਚ ਵੀ ਬੜੀਆਂ ਸਾਰੀਆਂ ਗੱਲਾਂ ਆਉਣ ਲੱਗ ਗਈਆਂ ਹੋਣਗੀਆਂ, ਪਰ ਤੁਸੀਂ ਬਿਲਕੁਲ ਟੈਨਸ਼ਨ ਫਰੀ। ਉਹ ਸਾਰੀ ਟੈਨਸ਼ਨ ਮੇਰੀ ਕਿ ਕਿਵੇਂ ਆਪਾਂ ਇਸ ਦੇ ਉੱਤੇ ਜਾਣਕਾਰੀ ਹਾਸਲ ਕਰਨੀ ਹੈ। ਗੱਲ ਇੱਦਾਂ ਆ ਕਿ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਮਾਹਿਰ ਮਹਿਮਾਨ ਜੋ ਲੋਕ ਨਾਚਾਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਗੇ। ਮੇਰੇ ਨਾਲ ਨੇ ਜੀ ਨੀਤੀ ਰਾਜਵੀਰ ਸਿੰਘ ਸ਼ੇਰਗਿੱਲ, ਜੋ ਕਿ ਲੋਕ ਨਾਚ ਨਿਰਦੇਸ਼ਕ ਨੇ। ਮੇਰੇ ਹਿਸਾਬ ਦੇ ਨਾਲ ਘੱਟੋ ਘੱਟ 24, 25, 26, 27, 28 ਸਾਲਾਂ ਤੋਂ ਤੁਸੀਂ ਇਸ ਫੀਲਡ ਦੇ ਵਿੱਚ ਔਰ ਬਹੁਤ ਸਾਰਾ ਕੰਮ ਕੀਤਾ ਤੁਸੀਂ ਵੱਖਰੇ ਵੱਖਰੇ ਤਰੀਕੇ ਦੇ ਲੋਕ ਨਾਚਾਂ ਦੇ ਉੱਤੇ। ਬਹੁਤ ਸਵਾਗਤ ਜੀ ਆਇਆਂ। ਬਹੁਤ ਬਹੁਤ ਧੰਨਵਾਦ ਵरुण, ਇੱਥੇ ਲੋਕਾਂ ਦੇ ਮੁਖਾਤਬੇ ਨੂੰ ਕਰਨ ਵਾਸਤੇ ਜੀ। ਜਿੱਥੇ ਤੁਸੀਂ 26, 27, 28 ਸਾਲ ਕਹੇ ਨੇ, ਇੰਨੇ ਤੇ ਨਹੀਂ, ਪਰ ਹਾਂ ਪਿਛਲੇ 24-25 ਸਾਲਾਂ ਤੋਂ ਮੈਂ ਲੋਕ ਨਾਚਾਂ ਨਾਲ ਜੁੜਿਆ ਹੋਇਆ। ਪਹਿਲਾਂ ਆਪ ਪਰਫਾਰਮ ਕਰਦਾ ਰਿਹਾ ਜੀ, ਉਸ ਤੋਂ ਬਾਅਦ ਥੋੜਾ ਜਿਹਾ ਜਿੰਨੇ ਕੁ ਮੇਰੇ ਕੋਲ ਗੁਣ ਹੈ ਜਾਂ ਜਿੰਨਾ ਕੁ ਮੈਂ ਆਪਣੇ ਉਸਤਾਦਾਂ ਤੋਂ ਸਿੱਖਿਆ ਉਹ ਵਿਦਿਆਰਥੀਆਂ ਨੂੰ ਅੱਗੇ ਵੰਡਦਾ ਪਿਆ ਨਾ। ਨੀਤੀ ਜੀ ਕਹਿੰਦੇ ਕਿ ਜਿਹੜੇ ਪੰਜਾਬੀਆਂ ਦੇ ਲੋਕ ਨਾਚ ਆ ਨਾ, ਇਹ ਐਂਟਰਟੇਨਮੈਂਟ ਦਾ ਬਹੁਤ ਵੱਡਾ ਸਾਧਨ ਆ, ਇਹ ਬਹੁਤ ਵਧੀਆ ਵਰਜਿਸ਼ ਵੀ ਆ, ਹੈ ਨਾ, ਪਰ ਇਹ ਇਕੱਲੇ ਐਂਟਰਟੇਨਮੈਂਟ ਹੀ ਆ? ਇਹ ਸਾਡੀਆਂ ਭਾਵਨਾਵਾਂ ਨਾਲ ਵੀ ਜੁੜੇ ਹੋਏ ਆ? ਇਹਨਾਂ ਦਾ ਮਹੱਤਵ ਕੀ ਹੋ ਜਾਂਦਾ ਸਾਡੇ ਲੋਕ ਨਾਚਾਂ ਦਾ? ਬਿਲਕੁਲ ਜੀ ਬਿਲਕੁਲ। ਕੋਈ ਵੀ ਲੋਕ ਨਾਚ ਜੇ ਉਹਦੇ ਵਿੱਚ ਫੀਲਿੰਗਸ ਨਹੀਂ, ਯਾਨੀ ਕਿ ਉਹਦੇ ਵਿੱਚ ਇਮੋਸ਼ਨਸ ਨਹੀਂ ਹੈਗੇ, ਭਾਵਨਾਵਾਂ ਨਹੀਂ ਹੈਗੀਆਂ, ਤੇ ਉਹ ਉਹਨਾਂ ਇੰਪੈਕਟ ਲੋਕਾਂ ਉੱਤੇ ਨਹੀਂ ਪਾ ਸਕਦਾ। ਇਸ ਕਰਕੇ ਜਿਹੜੇ ਸਾਡੇ ਲੋਕ ਨਾਚ ਨੇ ਉਹ ਖੇਡਾਂ ਵਾਂਗੂ ਨੇ, ਤੇ ਤਾਂ ਹੀ ਤੁਸੀਂ ਦੇਖਿਆ ਹੋਊ ਕਿ ਬਾਕੀ ਲੋਕ ਨਾਚ ਨੱਚੇ ਜਾਂਦੇ ਨੇ, ਸਾਡੀ ਧਮਾਲ ਪੈਂਦੀ ਹੈ, ਸਾਡਾ ਭੰਗੜਾ ਪੈਂਦਾ, ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਇਹ ਵਰਜਿਸ਼ ਵਾਂਗੂ ਨੇ। ਕਿ ਜਿਵੇਂ ਆਪਾਂ ਸੁਣਦੇ, ਜੇ ਆਪਾਂ ਗੱਲ ਕਰੀਏ ਕਿ ਹਾਂ ਵੀ ਛਿੰਝ ਪੈਂਦੀ ਹੈ, ਕਬੱਡੀ ਪਾਈ ਜਾਂਦੀ ਹੈ, ਉਸੇ ਤਰੀਕੇ ਨਾਲ ਜਿਹੜੇ ਇਹ ਨਾਚ ਸਾਡੇ ਨਾਚ ਪੈਂਦੇ ਨੇ। ਜਿੱਥੇ ਗੱਲ ਆਉਂਦੀ ਹੈ ਮਨੋਭਾਵਾਂ ਦੀ, ਮਨੋਭਾਵ ਜੁੜੇ ਹੋਏ ਨੇ। ਜਿਵੇਂ ਤੁਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਹੈ ਗਿੱਧਿਆਂ ਦੀਆਂ ਬੋਲੀਆਂ ਦੀ, ਤੇ ਗਿੱਧਿਆਂ ਦੀ ਬੋਲੀਆਂ ਦੇ ਵਿੱਚ ਜਦੋਂ ਤ੍ਰਿੰਜਣ ਵਿੱਚ ਕੁੜੀਆਂ ਇਕੱਠੀਆਂ ਹੁੰਦੀਆਂ ਸਨ ਤੇ ਆਪਣੇ ਮਨੋਭਾਵ ਪ੍ਰਗਟੀ ਕਰਦੀਆਂ ਹੁੰਦੀਆਂ ਸੀ ਆਪਣੀਆਂ ਸੱਸਾਂ ਵਾਸਤੇ, ਆਪਣੇ ਜੋ ਵੀ ਉਹਨਾਂ ਦੇ ਮਨ ਭਾਵ ਹੁੰਦੇ ਸੀ। ਜਿਵੇਂ ਉਹ ਗਾਣੇ ਬਣੇ ਹੋਏ ਨੇ, ਨੀ ਮੈਂ ਸੱਸ ਕੁੱਟਣੀ ਜਾਂ ਹੋਰ ਕੁਝ ਇੱਦਾਂ ਦੇ, ਕੁੱਟਣੀ ਸੰਦੂਕਾਂ ਓਲੇ। ਬਿਲਕੁਲ। ਜਿਹੜੀ ਇਹ ਇਸ ਕਰਕੇ ਜਿਹੜੇ ਸਾਡੇ ਡਾਂਸਿਸ ਨੇ ਜਿੰਨੇ ਵੀ ਨੇ ਸਾਡੇ, ਉਹ ਮਨੋਭਾਵ ਨਾਲ ਜੁੜੇ ਹੋਏ ਨੇ। ਜਿਵੇਂ ਸਾਡਾ ਲੁੱਡੀ ਲੋਕ ਨਾਚ ਹੀ ਹੈ। ਲੁੱਡੀ ਜਿਹੜਾ ਅਸਲ 'ਚ ਗ੍ਰੀਕ ਲਫ਼ਜ਼ ਹੈਗਾ ਜਿਹਦਾ ਅਰਥ ਨਿਕਲਦਾ ਗੇਮ। ਅੱਛਾ ਜੀ। ਹਾਂਜੀ, ਤੇ ਇਹ ਲੋਕ ਨਾਚ ਵੀ ਹੈ ਤੇ ਖੇਡ ਵਾਂਗੂ ਖੇਡਿਆ ਜਾਂਦਾ। ਔਰ ਜਿਵੇਂ ਆਪਾਂ ਜਾਣਦੇ ਕਿ ਲੁੱਡੀਆਂ ਪਾਉਂਦਾ ਹੈ ਮਨ, ਉਹਦਾ ਮਨ ਖੁਸ਼ੀ ਦੇ ਵਿੱਚ ਜਦੋਂ ਮੌਲਦਾ ਆ ਤੇ ਉਹਨੂੰ ਆਪਾਂ ਲੁੱਡੀਆਂ ਪਾਉਣਾ ਕਹਿੰਦੇ ਆ। ਬਿਲਕੁਲ, ਹੈ ਨਾ। ਇੱਕ ਗੱਲ ਬੜੀ ਵਧੀਆ ਤੁਸੀਂ ਕੀਤੀ, ਮੈਂ ਵੀ ਅਕਸਰ ਸੋਚਦੀ ਹੁੰਦੀ ਆ ਕਿ ਲੋਕ ਕਹਿੰਦੇ ਨੇ ਅੱਜ ਮੈਂ ਡਾਂਸ ਕਰਨਾ, ਕਿਸੇ ਵੀ ਹੋਰ ਸਟੇਟ ਦਾ ਲੋਕ ਨਾਚ ਆ ਜਾਂ ਬਾਹਰਲੇ ਦੇਸ਼ਾਂ ਦੇ ਵੀ ਆ, ਉਹ ਕਹਿੰਦੇ ਡਾਂਸ ਪਰਫਾਰਮ ਕਰਨਾ, ਪਰ ਅਸੀਂ ਪਾਉਂਦੇ ਆ, ਗਿੱਧਾ ਪਾਉਂਦੇ ਆ, ਭੰਗੜਾ ਪਾਉਂਦੇ ਆ, ਲੁੱਡੀ ਪਾਉਂਦੇ ਆ, ਧਮਾਲ ਪਾਉਂਦੇ ਆ। ਇਹ ਤਾਂ ਹੀ ਕਹਿੰਦੇ ਆ ਕਿ ਸ਼ਾਇਦ ਇੱਕ ਤਰੀਕੇ ਦੀ ਵਰਜਿਸ਼ ਆ, ਜੋਸ਼ ਆ, ਕਿ ਇਹਦਾ ਪੈਣ ਵਾਲਾ ਹਿਸਾਬ ਆ। ਪੰਜਾਬੀ ਟੁੱਟ ਕੇ ਪੈਂਦੇ ਨਾ? ਨਹੀਂ, ਟੁੱਟ ਕੇ ਨਹੀਂ ਪੈਂਦੇ ਹੈਗੇ, ਪੰਜਾਬੀ ਟੁੱਟ ਕੇ ਉਹਨਾਂ ਨੂੰ ਹੀ ਪੈਂਦੇ ਜਿਹੜੇ ਅੱਗੇ ਇਹਨਾਂ ਨੂੰ ਪੈਂਦੇ ਨੇ। ਨਹੀਂ ਤਾਂ ਪੰਜਾਬੀਆਂ ਵਰਗੀ ਮਹਿਬੂਬ ਕੌਮ ਨਹੀਂ ਕੋਈ ਹੈਗੀ ਸਾਰੀ ਦੁਨੀਆ ਦੇ ਵਿੱਚ, ਜਿਹੜੇ ਕਿ ਜੋਸ਼ ਨਾਲ ਹਰੇਕ ਚੀਜ਼ ਨੂੰ ਪੈ ਜਾਂਦੇ, ਫਿਰ ਉਹ ਕਰਕੇ ਹਟਦੇ ਜੀ। ਤੇ ਇਸੇ ਕਰਕੇ ਕਿਉਂਕਿ ਇੱਕ ਸੈਮੀਨਾਰ ਹੋਇਆ ਚੰਡੀਗੜ੍ਹ ਵਿੱਚ, ਉੱਥੇ ਮੈਨੂੰ ਡਾਕਟਰ ਮਨਾਰ ਸਿੰਘ ਗਿੱਲ ਹੋਰਾਂ ਦੀ ਜਿਹੜੀ ਹੈ ਸਪੀਚ ਸੁਣਨ ਦਾ ਮੌਕਾ ਮਿਲਿਆ, ਤੇ ਉਹਨਾਂ ਨੇ ਵੀ ਇਹੀ ਗੱਲ ਨੂੰ ਬਿਲਕੁਲ ਬਖੂਬੀ ਕਿਹਾ ਕਿ ਜਿਹੜੇ ਸਾਡੇ ਡਾਂਸਿਸ ਨੇ ਇਹ ਇਕੱਲਾ ਐਂਟਰਟੇਨਮੈਂਟ ਨਹੀਂ, ਇਹ ਸਰੀਰਕ ਜ਼ੋਰ ਵਿਖਾਉਣ ਦਾ, ਜੋਸ਼ ਵਿਖਾਉਣ ਦਾ ਵੀ ਸਾਧਨ ਨੇ। ਤਾਂ ਹੀ ਸਾਡੇ ਭੰਗੜੇ ਪੈਂਦੇ ਨੇ, ਕੀਤੇ ਨਹੀਂ ਜਾਂਦੇ। ਬਿਲਕੁਲ, ਬਹੁਤ ਵਧੀਆ। ਜਦੋਂ ਅਸੀਂ ਕਿਤੇ ਵੀ ਪਿਛੋਕੜ ਲੱਭਦੇ ਆ ਨਾ ਲੋਕ ਨਾਚਾਂ ਦਾ, ਜ਼ਿਆਦਾਤਰ ਮੈਨੂੰ ਤਾਂ ਲੱਗਦਾ 10 ਦੇ ਵਿੱਚੋਂ 8, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਮਾਹਿਰ ਹੋ, ਤੁਸੀਂ ਕਰੈਕਟ ਕਰਨਾ ਮੈਨੂੰ, ਇਹਨਾਂ ਦਾ ਪਿਛੋਕੜ ਲਹਿੰਦਾ ਪੰਜਾਬੀ ਕਿਉਂ ਹੋਇਆ? ਮੈਂ ਇਹਨੂੰ ਇੱਕ ਉਦਾਹਰਨ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਜੇਕਰ ਅੱਜ ਆਪਾਂ ਵੇਖਦੇ ਹਾਂ ਕਿ
ਵਰਲਡ ਦੇ ਵਿੱਚ ਫੁੱਟਬਾਲ ਦੀ ਟੀਮ ਕਿਹੜੀ ਵਧੀਆ ਜੀ? ਆਪਾਂ ਜਰਮਨ ਦੀ ਗੱਲ ਕਰਦੇ ਹਾਂ, ਇੰਗਲੈਂਡ ਦੀ ਗੱਲ ਕਰਦੇ ਹਾਂ, ਬ੍ਰਾਜ਼ੀਲ ਦੀ, ਅਰਜਨਟੀਨਾ ਦੀ ਗੱਲ ਕਰਦੇ ਹਾਂ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੋਲਕਾਤੇ ਦੇ ਵਿੱਚ ਜਾਂ ਸਾਡੇ ਰੁੜਕੇ ਦੇ ਵਿੱਚ ਫੁੱਟਬਾਲ ਕਲੱਬ ਨਹੀਂ ਚੱਲਦੇ ਜਾਂ ਬੱਚੇ ਇੱਥੇ ਫੁੱਟਬਾਲ ਖੇਡਦੇ ਨਹੀਂ ਪਏ। ਭੰਗੜਾ ਜਿਹੜਾ ਆ, ਜੋ ਮੈਂ ਆਪਣੇ ਉਸਤਾਦ ਲੋਕਾਂ ਤੋਂ ਸੁਣਿਆ ਪੜ੍ਹਿਆ ਜੋ ਵੀ ਹੈ, ਕਿ ਭੰਗੜਾ ਜਿਹੜਾ ਹੈ ਉਹ ਜੇਕਰ ਸਿਆਲਕੋਟ 'ਚ ਪੈਂਦਾ ਪਿਆ ਸੀ ਤੇ ਨਾਲ ਹੁਸ਼ਿਆਰਪੁਰ ਬੈਲਟ ਵਿੱਚ, ਗੁਰਦਾਸਪੁਰ ਬੈਲਟ ਦੇ ਵਿੱਚ ਵੀ ਭੰਗੜਾ ਪੈਂਦਾ ਪਿਆ ਸੀ। ਅੱਛਾ ਜੀ। ਜੀ। ਤੇ ਕਿਉਂਕਿ ਪਰ ਇਹ ਹੋਇਆ ਕਿ ਜਿਵੇਂ ਉਧਰੋਂ ਜਦੋਂ ਸਾਡੇ ਪੂਰਵਜ ਜਿਹੜੇ ਮਾਈਗ੍ਰੇਟ ਹੋ ਕੇ ਪੰਜਾਬ 'ਚ ਆਉਂਦੇ ਨੇ, ਇੱਥੇ ਆ ਕੇ ਵਸਦੇ ਨੇ, ਇੱਥੇ ਆ ਕੇ ਪੈਰਾਂ ਤੇ ਆ ਜਾਂਦੇ ਨੇ, ਆਪਣੇ ਰੋਟੀ ਰੋਜੀ ਜਿਹੜੀ ਉਦੋਂ ਆਪਣੀ ਸਿੱਧੀ ਕਰ ਲੈਂਦੇ ਨੇ ਕਿ ਹਾਂ ਵੀ ਜਦੋਂ ਫਿਕਰ ਪਹਿਲਾਂ ਪੇਟ ਦਾ ਹੋਵੇ ਫਿਰ ਬਾਕੀ ਗੱਲਾਂ ਤੇ ਨਹੀਂ ਸੋਚਦੀਆਂ। ਜਦੋਂ ਸਭ ਕੁਝ ਸਮੂਥ ਹੋਣ ਲੱਗ ਪੈਂਦਾ ਆ ਤੇ ਫਿਰ ਉਹ ਐਂਟਰਟੇਨਮੈਂਟ ਵਾਲੇ ਪਾਸੇ, ਜ਼ੋਰ ਵਾਲੇ ਪਾਸੇ ਜਿਵੇਂ ਆਪਾਂ ਗੱਲ ਕਰਦੇ ਤੁਰਦੇ ਨੇ। ਤੇ ਫਿਰ ਜੇ ਉਹ ਦੱਸਦੇ ਨੇ ਕਿ ਹਾਂਜੀ ਅਸੀਂ ਸ਼ੇਖੂਪੁਰੇ ਵਿੱਚ ਅਸੀਂ ਭੰਗੜਾ ਪਾਉਂਦੇ ਹੁੰਦੇ ਸੀ, ਉਹਨਾਂ ਨੇ ਕਹਿਤੀ ਇੰਨੀ ਗੱਲ, ਉਹਨੇ ਕਹਿਤਾ ਕਿ ਮੈਂ ਧਮਾਲ ਅਸੀਂ ਸਿਆਲਕੋਟ ਦੇ ਵਿੱਚ ਪਾਉਂਦੇ ਹੁੰਦੇ ਸੀ। ਉਹ ਚੀਜ਼ ਰਿਕਾਰਡ ਹੋ ਗਈ ਕਿ ਸਾਡੇ ਜਿਹੜੇ ਅੱਗੇ ਤੋਂ ਅੱਗੇ ਜਦੋਂ ਇਹ ਪੀੜ੍ਹੀ ਦਰ ਪੀੜ੍ਹੀ ਚੀਜ਼ ਚੱਲਦੀ ਰਹੀ ਤੇ ਦਿਮਾਗ 'ਚ ਸਿਰਫ ਇਹੀ ਰਹਿ ਗਿਆ ਕਿ ਹਾਂਜੀ ਜੀ ਕਿ ਜਿਹੜਾ ਧਮਾਲ ਸੀ ਸਿਆਲਕੋਟ 'ਚ ਵੀ ਹੀ ਪੈਂਦੀ ਸੀ, ਜਾਂ ਭੰਗੜਾ ਜਿਹੜਾ ਸੀ ਸਿਰਫ ਫਲਾਣੀ ਥਾਂ ਤੇ ਹੀ ਪੈਂਦਾ ਸੀ। ਪਰ ਇਹਦਾ ਮਤਲਬ ਇਹ ਨਹੀਂ ਕਿ ਇੱਧਰ ਨਹੀਂ ਸੀ ਪੈਂਦਾ। ਆਪਣੇ ਸਰਦਾਰ ਭਾਗ ਸਿੰਘ ਹੋਰਾਂ ਦੇ ਸ਼ਾਗਿਰਦ ਨੇ ਹਰਿੰਦਰ ਸਿੰਘ ਹੋਰੀ, ਉਹਨਾਂ ਨਾਲ ਮੇਰੀ ਇਸ ਸੰਬੰਧੀ ਕਰੀ ਵਾਰਤਾਲਾਪ ਹੋਈ ਤੇ ਉਹਨਾਂ ਮੈਨੂੰ ਦੱਸਿਆ ਕਿ ਵੀ ਜਦੋਂ ਭੰਗੜੇ ਉੱਧਰ ਪੈਂਦੇ ਸੀ ਤੇ ਹੁਸ਼ਿਆਰਪੁਰ ਬੈਲਟ ਵਿੱਚ ਵੀ 22 ਪਿੰਡਾਂ ਦਾ ਕੰਪੀਟੀਸ਼ਨ ਹੁੰਦਾ ਸੀ। ਅੱਛਾ ਜੀ। ਕਿਉਂਕਿ ਪਿੰਡ ਪੱਧਰ ਦੇ ਉੱਤੇ ਟੀਮਸ ਬਣਦੀਆਂ ਸੀ, ਜਿਵੇਂ ਅੱਜ ਕੱਲ੍ਹ ਕਬੱਡੀ ਦੀਆਂ ਬਣਦੀਆਂ ਨੇ ਜੀ। ਤੇ ਉੱਥੋਂ ਦੇ ਜਿਹੜੇ ਜ਼ਗੀਰਦਾਰ ਜਾਂ ਜਿਹੜੇ ਧਨਾੜ ਬੰਦੇ ਸੀ, ਉਹ ਉਹਨਾਂ ਟੀਮਾਂ ਨੂੰ ਕਾਸਟਿਊਮਸ, ਉਹਨਾਂ ਦੀ ਡਰੈਸਿਸ, ਉਹਨਾਂ ਨੂੰ ਖੁਰਾਕ, ਉਹਨਾਂ ਨੂੰ ਸਪਾਂਸਰ ਕਰਦੇ ਹੁੰਦੇ ਸੀ ਤਾਂ ਕਿ ਉਹ ਦੂਜੇ ਪਿੰਡਾਂ 'ਚ ਜਾ ਕੇ ਆਪਣੀ ਪਰਫਾਰਮੈਂਸ ਦੇਣ ਔਰ ਜਿੱਤ ਕੇ ਆਉਣ। ਹੋ ਸਕਦਾ, ਮੈਂ ਇਹ ਗੱਲ ਵਿੱਚ ਇਹਨੂੰ ਨਕਾਰਦਾ ਨਹੀਂ ਕਿ ਹੋ ਸਕਦਾ ਕਿ ਹਾਂਜੀ ਉਹਨਾਂ ਟਾਈਮਾਂ ਦੇ ਉੱਤੇ ਉੱਥੋਂ ਦੀ ਟੀਮ ਜਿਹੜੀ ਹੈ, ਜਿਹਨੂੰ ਆਪਾਂ ਲਹਿੰਦੇ ਪੰਜਾਬ ਦੀਆਂ ਜਿਹੜਾ ਏਰੀਆ ਕਹਿੰਦੇ ਆ, ਉੱਥੋਂ ਦੀ ਟੀਮਸ ਮਸ਼ਹੂਰ ਹੋਣ। ਜਿਵੇਂ ਮੈਂ ਫੁੱਟਬਾਲ ਦੀ ਗੱਲ ਕੀਤੀ ਕਿ ਹਾਂਜੀ ਕਿ ਅਰਜਨਟੀਨਾ ਵਿਨਰ ਰਹੀ ਹੋਵੇ, ਹੋ ਸਕਦਾ ਸਿਆਲਕੋਟ ਦੀ ਟੀਮ ਵਿਨਰ ਰਹੀ ਹੋਵੇ, ਤਾਂ ਕਰਕੇ ਨਾਮ ਹੋ ਗਿਆ ਕਿ ਸਿਆਲਕੋਟ। ਬਿਲਕੁਲ ਇਹ ਨਹੀਂ ਕਿ ਰੋਨਾਲਡੋ ਵਧੀਆ ਖੇਡਦੇ ਤਾਂ ਬਾਕੀ ਹੋਰ ਵਧੀਆ ਨਹੀਂ ਖੇਡਦੇ, ਉਹ ਜਿਹੜੀ ਮਕਬੂਲੀਅਤ ਹੁੰਦੀ ਹੈ ਕਿਸੇ ਕਿਸੇ ਦੇ ਕਰਮਾਂ 'ਚ ਜਾਂ ਕਹਿ ਲਓ ਕਿਸੇ ਦੇ ਟੈਲੈਂਟ ਦੇ ਵਿੱਚ ਜ਼ਿਆਦਾ ਲਿਖੀ ਹੁੰਦੀ ਆ। ਜਿਹੜੇ ਵੀ ਲੋਕ ਨਾਚ ਆ ਨਾ, ਉਹ ਨੱਚੇ ਜਾਂਦੇ ਆ ਆਮ ਤੌਰ ਤੇ ਆਪਾਂ ਤਾੜੀਆਂ ਦੇ ਨਾਲ, ਪੈਰਾਂ ਦੀ ਧਮਕ ਦੇ ਨਾਲ, ਸਾਜ਼ ਜਿਹੜੇ ਆ ਉਹਨਾਂ ਨੂੰ ਵੀ ਵਜਾਈਦਾ ਆ, ਪਰ ਨਾਲ ਦੇ ਨਾਲ ਆਪਾਂ ਮਿਊਜ਼ਿਕ ਇਦਾਂ ਕ੍ਰੀਏਟ ਕਰਦੇ ਆ ਪੈਰਾਂ ਨਾਲ, ਠਾ ਤਾੜੀਆਂ ਨਾਲ, ਹੈਨਾ। ਜੇ ਘਰ ਦੇ ਵਿੱਚ ਸਾਨੂੰ ਥਾਲ ਲੱਭਿਆ, ਉਹੀ ਵਜਾ ਕੇ ਅਸੀਂ ਆਪਣਾ ਮਨੋਰੰਜਨ ਕਰਨ ਲੱਗ ਪਏ। ਮੰਜਿਆਂ ਦੇ ਪਾਵਿਆਂ ਦੇ ਨਾਲ ਵੀ ਲੋਕ ਇਦਾਂ ਠਾ ਮਾਰ ਕੇ ਨੱਚਦੇ ਰਹਿੰਦੇ ਆ ਘਰਾਂ ਦੇ ਵਿੱਚ। ਇੱਥੋਂ ਤਾਂ ਇਹ ਗੱਲ ਸਾਫ਼ ਪਤਾ ਹੋ ਜਾਂਦੀ ਆ ਕਿ ਜਿਹੜਾ ਸੰਗੀਤ ਆ ਉਹ ਬਹੁਤ ਲੋਕ ਨਾਚਾਂ ਦੇ ਕਰੀਬ ਆ। ਜਿਹੜੇ ਮਿਊਜ਼ਿਕ ਇਨਸਟਰੂਮੈਂਟਲਸ ਨੇ ਸਾਡੇ, ਢੋਲ ਆ, ਲੋਕ ਸਾਜ਼ ਆ ਜਿਹੜੇ ਸਾਡੇ। ਪਰ ਗੱਲ ਇਦਾਂ ਆ ਕਿ ਹੁਣ ਮੈਂ ਕਦੇ ਸੋਚਦੀ ਹੁੰਨੀ ਆ, ਗਿੱਧਾ ਜਿਹੜਾ ਆ ਉਹ ਢੋਲ ਤੇ ਲੋਕ ਪਾ ਲੈਂਦੇ ਆ, ਭੰਗੜਾ ਢੋਲਕੀ ਤੇ ਕਿਉਂ ਨਹੀਂ ਪੈਂਦਾ? ਲੋਕ ਸਾਜ਼ ਇੱਕ ਦੂਸਰੇ ਦੇ ਨਾਲ ਰਲਾ ਮਿਲਾ ਕੇ ਆਪਾਂ ਕਿਉਂ ਨਹੀਂ ਵਰਤ ਸਕਦੇ? ਇਹਦੇ 'ਚ ਜਿਹੜੀ ਮੇਨ ਚੀਜ਼ ਹੈ ਉਹ ਇਹੀ ਹੈ ਕਿ ਪਹਿਲਾਂ ਤੇ ਇਹ ਸੀ ਕਿ ਜਿਹੜਾ ਢੋਲ ਆ ਉਹ ਮਰਦਾਵਾਂ ਜਿਹੜਾ ਸਾਜ਼ ਹੈ, ਢੋਲਕੀ ਨੂੰ ਅਸੀਂ ਦੂਜੇ ਪਾਸੇ ਰੱਖਦੇ ਹਾਂ। ਔਰ ਜਿੱਦਾਂ ਪਹਿਲੇ ਸਮੇਂ ਵਿੱਚ ਢੋਲੀ ਜਿਹੜੇ ਸੀਗੇ ਉਹ ਮਿਲ ਜਾਂਦੇ ਹੋਣਗੇ, ਪਰ ਜੇ ਤੁਸੀਂ ਪੁਰਾਣਾ ਸਮਾਂ ਵਹਿੰਦੇ ਜੇ ਤੇ ਜਦੋਂ ਘਰਾਂ 'ਚ ਗਾਉਣ ਬਹਿੰਦਾ ਸੀ ਤੇ ਉਦੋਂ ਸਿਰਫ ਤੇ ਸਿਰਫ ਔਰਤਾਂ ਢੋਲਕੀ ਨਾਲ ਤੇ ਜਾਂ ਉੱਤੇ ਚਮਚਾ ਵਜਾ ਕੇ ਹੀ ਉਹ ਗਾਉਂਦੀਆਂ ਸੀ। ਠੀਕ ਹੈ ਜੀ। ਪਰ ਹੁਣ ਜਦੋਂ ਸਟੇਜੀਕਰਨ ਹੋਇਆ, ਗਿੱਧੇ ਸਟੇਜ ਦੇ ਉੱਤੇ ਆਏ ਤੇ ਢੋਲਕੀਆਂ ਵਾਲੇ ਵੀ ਪ੍ਰੋਫੈਸ਼ਨਲ ਆ ਗਏ ਔਰ ਉਹ ਵਜਾਉਣ ਲੱਗ ਪਏ ਉਸ ਤਰੀਕੇ ਨਾਲ। ਪਰ ਜਦੋਂ ਘਰਾਂ ਵਿੱਚ ਕੋਈ ਪ੍ਰੋਗਰਾਮ ਹੁੰਦਾ ਤੇ ਅਸੀਂ ਮਲਟੀਪਰਪਸ ਬੰਦਾ ਲੱਭਦੇ ਹਾਂ, ਇੱਕ ਢੋਲਕੀ ਵਾਲਾ ਅੱਡ ਗਾਉਣ ਵਾਸਤੇ ਤੇ ਭੰਗੜਾ ਵਾਲਾ, ਢੋਲ ਵਾਲਾ ਇਕੱਲਾ ਭੰਗੜਾ ਵਜਾਉਣ ਵਾਸਤੇ ਨਹੀਂ ਸੱਦਦੇ। ਅਸੀਂ ਕਹਿੰਦੇ ਜੀ ਹਾਂ ਵੀ ਠੀਕ ਆ, ਢੋਲ ਸੱਦ ਲਓ, ਉਹੀ ਥੋੜ੍ਹੀਆਂ ਬਹੁਤੀਆਂ ਤੀਲਾਂ ਮਾਰ ਦਊਗਾ ਤੇ ਰਿਦਮਾਂ ਵਜਾ ਦੇਗਾ, ਕੁੜੀਆਂ ਉੱਤੇ ਗਾ ਵੀ ਲੈਣਗੀਆਂ, ਗਿੱਧਾ ਵੀ ਪਾ ਲੈਣਗੀਆਂ ਤੇ ਭੰਗੜੇ ਵਾਲੇ ਭੰਗੜਾ ਪਾ ਲੈਣਗੇ। ਪਰ ਇਹ ਦੋਵੇਂ ਸਾਜ਼ ਅਲੱਗ ਨੇ ਔਰ ਦੋਵਾਂ ਦੀ ਆਪਣਾ ਉਹਨਾਂ ਦੀ ਕੰਟਰੀਬਿਊਸ਼ਨ ਹੈ ਡਾਂਸ ਦੇ ਵਿੱਚ। ਭੰਗੜਾ ਜਿਹੜਾ ਆ ਉਹ ਮਰਦਾਵਾਂ ਨਾਚ ਹੈ, ਢੋਲ ਉੱਤੇ ਹੀ ਪੈਂਦਾ, ਖੁੱਲੀਆਂ ਥਾਵਾਂ ਤੇ ਪੈਂਦਾ ਸੀ, ਇਸ ਕਰਕੇ ਜ਼ਿਆਦਾ ਆਵਾਜ਼ ਚਾਹੀਦੀ ਸੀ, ਵੱਡਾ ਸਾਜ਼ ਚਾਹੀਦਾ ਸੀ। ਗਿੱਧਾ ਜਿਹੜਾ ਹੈ ਉਹਦੇ ਵਿੱਚ ਬਾਹਰਲੇ ਹੋਰ ਜਿਹੜੇ ਮਰਦਾਂ ਦੀ ਜਿਹੜੀ ਸ਼ਮੂਲੀਅਤ ਉਹ ਵਰਜਿਤ ਸੀਗੀ, ਇਕੱਠੇ ਰਹਿ ਕੇ ਪੈਂਦਾ ਸੀ। ਔਰਤਾਂ ਲਾਗੇ ਬਹਿ ਕੇ ਘੱਟ ਨੀਵੇਂ ਸੁਰਾਂ ਵਿੱਚ ਜਾਂ ਉੱਚੇ ਸੁਰਾਂ 'ਚ ਗਾਉਂਦੀਆਂ ਸੀ, ਢੋਲਕੀ ਲਾਗੇ ਵੱਜਦੀ ਸੀ, ਨੇੜੇ ਵੱਜਦੀ ਸੀ, ਛੋਟਾ ਕੰਪੈਕਟ ਜਿਹੜਾ ਸਾਜ਼ ਸੀਗਾ ਉਹ ਲਾਗੇ ਰੱਖ ਕੇ ਵਜਾਇਆ ਜਾਣ ਲੱਗ ਪਿਆ। ਇਸ ਲਈ ਇਹ ਦੋਵੇਂ ਜਿਹੜੇ ਸਾਜ਼ ਅਲੱਗ-ਅਲੱਗ ਔਰ ਦੋਵੇਂ ਵੱਖਰੇ ਡਾਂਸਿਸ ਦੇ ਨਾਲ
ਜੁੜ ਗਏ। ਜਿੱਦਾਂ ਅਸੀਂ ਹਨਾ ਇਹ ਵੀ ਦੇਖਦੇ ਆ ਭੰਗੜੇ ਦੇ ਵਿੱਚ ਸੱਪ, ਕਾਟੋ, ਚਿਮਟੇ ਇਹ ਸਾਰਾ ਕੁਝ ਵਰਤਿਆ ਜਾਂਦਾ, ਪਰ ਆਪਣੇ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਲੋਕ ਨਾਚ ਆ ਜਿਨ੍ਹਾਂ 'ਚ ਇਹਦੀ ਵਰਤੋਂ ਹੁੰਦੀ ਆ। ਇਹ ਮੈਨੂੰ ਕਦੇ-ਕਦੇ ਇਦਾਂ ਲੱਗਦਾ ਹੁੰਦਾ ਕਿ ਕੇਵਲ ਇਹ ਬੋਲੀਆਂ ਪਾਉਣ ਦੇ ਤਰੀਕੇ ਤੇ ਨਿਰਭਰ ਕਰਦਾ ਕਿ ਕਿਹੜੇ ਸਾਜ਼ ਦੀ ਵਰਤੋਂ ਆਪਾਂ ਕਰਨੀ ਆ। ਨਹੀਂ, ਭੰਗੜੇ ਦੇ ਵਿੱਚ ਜਿਹੜੇ ਸੱਪ ਔਰ ਕਾਟੋ ਸੀ ਨਹੀਂ ਸੀ ਪਹਿਲਾਂ। ਅੱਛਾ ਜੀ। ਜੀ, ਤੇ ਤੁਸੀਂ ਜੇਕਰ ਪਹਿਲਾਂ ਦੇ ਵੇਖੋ ਜਦੋਂ ਟੀਵੀ ਉੱਤੇ ਜਾਂ ਫਿਲਮ ਦੇ ਜਾਗਤੇ ਰਹੋ ਫਿਲਮਾਂ ਵਿੱਚ ਜਾਂ ਹੋਰ ਕਿਤੇ ਆਉਣਾ ਸ਼ੁਰੂ ਹੋਇਆ ਭੰਗੜਾ, ਤੇ ਕਲੈਪ ਸੀ, ਤੇ ਕਲੈਪ ਦੀ ਆਵਾਜ਼ ਨੂੰ ਮਲਟੀਪਲਾਈ ਕਰਨ ਵਾਸਤੇ ਸੱਪ ਦੀ ਜਿਹੜੀ ਹੈ ਉਹ ਵਰਤੋਂ ਕੀਤੀ, ਜਦਕਿ ਸੱਪ ਜਿਹੜਾ ਅਸਲ ਦੇ ਵਿੱਚ ਜਿਹੜਾ ਜਿਹਨੂੰ ਆਪਾਂ ਛਿੱਕਾ ਵੀ ਕਹਿੰਦੇ ਆ, ਕਿਸੇ ਏਰੀਆ ਵਿੱਚ ਗਿਰਦਾ ਵੀ ਕਹਿੰਦੇ ਆ, ਇਹ ਬੇਸਿਕਲੀ ਜਿਹੜਾ ਹੈ ਇਹ ਮਲਵਈ ਗਿੱਧੇ ਦਾ ਸਾਜ਼ ਹੈ ਜੀ। ਭੰਗੜੇ ਦੇ ਵਿੱਚ ਖੂੰਡਾ ਵਰਤਿਆ ਜਾਂਦਾ ਸੀ। ਕਾਟੋ ਜਿਹੜੀ ਹੈਗੀ ਹੈ ਉਹ ਡਿਪੈਕਟ ਕਰਦੀ ਹੈ ਕਿ ਅਸੀਂ ਆਪਣੇ ਜਿਹੜੇ ਵਾਤਾਵਰਨ ਹੈ ਉਹਨਾਂ ਨਾਲ ਜੁੜੇ ਹੋਏ ਆ, ਤੇ ਔਰ ਉਹ ਟਿਕ ਟਿਕ ਦੀ ਆਵਾਜ਼ ਜਿਹੜੀ ਉਹਦੀ ਹੈ ਉਹ ਵੀ ਰਿਦਮ ਦੇ ਨਾਲ ਦੇਣ ਵਾਸਤੇ ਉਹ ਵਰਤੀ ਜਾਂਦੀ ਸੀ। ਪਰ ਭੰਗੜੇ ਦਾ ਜਿਹੜਾ ਪ੍ਰੌਪ ਸੀ ਉਹ ਖੂੰਡਾ ਹੀ ਸੀ। ਜੀ ਜੀ। ਜਦੋਂ ਹਨਾ ਅਸੀਂ ਲੋਕ ਸਾਜ਼ ਦੀ ਗੱਲ ਕਰਦੇ ਉਹਦੇ ਨਾਲ ਲੋਕ ਜੁੜ ਗਿਆ ਜੀ, ਮਤਲਬ ਕਿ ਉਹ ਸਾਜ਼ ਜਿਹੜੇ ਸਾਡੇ ਹਿੱਸਾ ਬਣ ਗਏ ਜ਼ਿੰਦਗੀ ਦਾ ਆਮ ਤੌਰ ਤੇ। ਪਰ ਅਸੀਂ ਇੰਨੀ ਜ਼ਿਆਦਾ ਤਰੱਕੀ ਕਰਦੇ ਆ, ਤਰੱਕੀ ਦਾ ਫਾਇਦਾ ਵੀ ਤਾਂ ਸਾਨੂੰ ਲੈਣਾ ਹੀ ਪੈਂਦਾ ਆ ਕਿਉਂਕਿ ਸਰਦਾ ਨਹੀਂ ਬੰਦੇ ਦਾ, ਹਨਾ। ਹੁਣ ਗੱਲ ਇੱਥੇ ਇਹ ਆਉਂਦੀ ਆ ਕਿ ਇੰਨੇ ਜ਼ਿਆਦਾ ਇੰਸਟਰੂਮੈਂਟਸ ਹੋਰ ਵੀ ਆ ਗਏ, ਉਹਨਾਂ ਦੀ ਵਰਤੋਂ ਪੰਜਾਬ ਦੇ ਲੋਕ ਨਾਚਾਂ 'ਚ ਆਪਾਂ ਕਰ ਸਕਦੇ ਹਾਂ? ਨਹੀਂ ਜੀ, ਲੋਕ ਨਾਚਾਂ ਦੇ ਵਿੱਚ ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਵਰਜਿਤ ਹੈਗੀ ਹੈ। ਸਿਰਫ ਪੰਜਾਬ ਦੇ ਨਹੀਂ, ਜੇ ਆਪਾਂ ਕਲਾਸੀਕਲ ਡਾਂਸਿਸ ਵੀ ਵੇਖਦੇ ਹੈਗੇ ਉਹਦੇ ਵਿੱਚ ਜਿੱਥੇ ਜਿਹੜਾ ਇਨਸਟਰੂਮੈਂਟ ਵੱਜਦਾ ਸੀ, ਜੇ ਮਰਦੰਗ ਵੱਜਦੀ ਸੀ, ਪਖਾਵਜ ਵੱਜਦਾ ਸੀ, ਤੇ ਉਹੀ ਵੱਜਦਾ ਭਾਵੇਂ। ਹਾਂ, ਅਸੀਂ ਉਹਦੀ ਆਵਾਜ਼ ਨੂੰ ਸਾਰੀ ਆਡੀਅנס ਤੱਕ ਪਹੁੰਚਾਉਣ ਵਾਸਤੇ ਅਸੀਂ ਵਧੀਆ ਮਾਈਕਸ ਯੂਜ਼ ਕਰ ਸਕਦੇ ਹੈਗੇ ਆ, ਲਾਈਟਸ ਯੂਜ਼ ਕਰ ਸਕਦੇ ਹਾਂ ਕਿ ਪਰਫਾਰਮਰ ਜਿਹੜਾ ਅੱਗੇ ਸਿਰਫ ਉਹਦੇ ਚਾਨਣ 'ਚ ਹੀ ਨੱਚਦਾ ਸੀ, ਉਹ ਹਨੇਰੇ ਪਏ ਭਾਵੇਂ ਕਿਸੇ ਵਧੀਆ ਆਡੀਟੋਰੀਅਮ 'ਚ ਨੱਚੇ, ਉਹ ਸਾਰੇ ਤੱਕ ਪਹੁੰਚੇ, ਦਿਖੇ ਲੋਕਾਂ ਨੂੰ। ਹੋਰ ਮੀਡੀਆ ਦੇ ਸਾਧਨ, ਇਲੈਕਟ੍ਰੋਨਿਕ ਮੀਡੀਆ ਦੇ ਸਾਧਨ ਆਪ ਸਾਡੇ ਕੋਲ ਆ ਗਏ ਨੇ, ਉਹ ਸਾਰੇ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਨੇ। ਪਰ ਜਿਹੜਾ ਉਹਦਾ ਬੇਸ ਹੈ ਉਹ ਅਸੀਂ ਉਹੀ ਚਾਹੁੰਦੇ ਆ, ਉਹੀ ਰੱਖਣਾ ਚਾਹੀਦਾ ਵੀ ਹੈ, ਤਾਂ ਕਿ ਜਿਹੜਾ ਲੋਕ ਨਾਚਾਂ ਦਾ ਸਰੂਪ ਉਹ ਵਿਗੜ ਕੇ ਲੋਕਾਂ ਸਾਹਮਣੇ ਨਾ ਆਵੇ ਕਿ ਆਪਾਂ ਕੈਸੀਓ ਵਜਾ ਰਹੇ ਹਾਂ ਉਹਦੇ ਨਾਲ, ਜਾਂ ਕੋਈ ਡਰਮ ਸੈਟ, ਆਕਟਾਪੈਡ ਵਜਾ ਕੇ ਉੱਤੇ ਭੰਗੜਾ ਪਾ ਰਹੇ ਹਾਂ। ਨਹੀਂ, ਇਹ ਤੁਸੀਂ ਆਪ ਵੀ ਕਰਕੇ ਵੇਖ ਲਿਓ, ਭਾਵੇਂ ਕਿ ਤੁਹਾਨੂੰ ਉਹ ਜਿਹੜਾ ਸਵਾਦ ਹੈ, ਤੁਹਾਡਾ ਜਿਹੜਾ ਪੈਰ ਜਿਹੜਾ ਆਪਣੇ ਆਪ ਆਕਟਾਪੈਡ ਤੇ ਨਹੀਂ ਉੱਠਣਾ, ਢੋਲ ਤੇ ਥਿਰਕੇਗਾ। ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ ਸਹੀ ਗੱਲ। ਆਖਰ ਲੋਕ ਨਾਲ ਲੱਗਿਆ ਤੇ ਫਿਰ ਪੰਜਾਬ ਦਾ ਫੋਕ ਤਾਂ ਲੋਕ, ਹਨਾ, ਕਮਾਲ ਦੀ ਹੋਈ ਚੀਜ਼ ਹੈ। ਹੁਣ ਗੱਲ ਇਹ ਆਉਂਦੀ ਹੈ ਕਿ ਬਹੁਤ ਸਾਰੇ ਲੋਕ ਨਾਚ ਇਦਾਂ ਦੇ ਆ ਜਿਹੜੇ ਸਾਡੇ ਕੋਲ ਪਹੁੰਚੇ ਨਹੀਂ। ਉਦਾਹਰਣ ਦੇ ਤੌਰ ਤੇ ਮੈਨੂੰ ਯਾਦ ਆ ਕਿ ਤੁਸੀਂ ਇੱਕ ਵਾਰੀ GNDU ਯੂਨੀਵਰਸਿਟੀ ਦੇ ਵਿੱਚ ਲੋਕ ਨਾਚ ਕਰਾਇਆ ਸੀ, ਡੰਡਾਸ ਜੀ, ਹਨਾ, ਔਰ ਉਸ ਤੋਂ ਪਹਿਲਾਂ ਉਹ ਲੋਕ ਨਾਚ ਮੈਂ ਕਦੇ ਦੇਖਿਆ ਨਹੀਂ ਸੀ ਜਿੰਨੀ ਦੇਰ ਮੈਂ ਯੂਥ ਫੈਸਟੀਵਲ ਕੀਤੇ ਆ ਜਾਂ ਬੱਚਿਆਂ ਨੂੰ ਕਰਾਏ ਆ, ਹਨਾ। ਪਰ ਉਸ ਦੌਰਾਨ ਮੈਂ ਇਹ ਨਵੀਂ ਚੀਜ਼ ਦੇਖੀ, ਇਦਾਂ ਦੇ ਤਾਂ ਬੜੇ ਘੱਟ ਲੋਕ ਨਾਚ ਆ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਵੀ ਸਾਡੇ ਮਤਲਬ ਸੱਭਿਆਚਾਰ ਦਾ ਇੰਨਾ ਅਹਿਮ ਹਿੱਸਾ ਹੈਗੇ। ਡੰਡਾਸ ਬਾਰੇ ਮੈਂ ਚਾਹੁੰਦੀ ਹਾਂ ਕਿ ਆਪਾਂ ਜ਼ਰੂਰ ਗੱਲ ਕਰੀਏ। ਡੰਡਾਸ ਜੀ, ਬਿਲਕੁਲ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਟੇਜ ਦੇ ਉੱਤੇ ਡੰਡਾਸ ਮੈਂ ਹੀ ਲੈ ਕੇ ਆਇਆ ਪਹਿਲਾਂ। ਇਹਦੀ ਜਿਹੜੇ ਕਹੋ ਤੁਸੀਂ, ਮੈਂ ਰੂਪਰੇਖਾ ਵਾਸਤੇ ਮੈਂ ਸਰਦਾਰ ਭਾਗ ਸਿੰਘ ਹੋਰਾਂ ਦੇ ਜਿਹੜੇ ਸ਼ਾਗਿਰਦ ਨੇ, ਹਰਿੰਦਰ ਸਿੰਘ ਹੋਰੀ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਡਾਂਸ ਨੂੰ ਪਹਿਲਾਂ ਹੀ ਲੈ ਆਏ ਹੋਏ ਸੀਗੇ, ਔਰ ਉਹਨਾਂ ਨਾਲ ਇਹਦੇ ਬਾਰੇ 'ਚ ਜਿਹੜੀਆਂ ਸੀ ਉਹਨਾਂ ਕੋਲ ਬਰੀਕੀਆਂ ਬਾਰੇ ਜਾਣਕਾਰੀ ਲੈਣ ਲਈ ਉਹਨਾਂ ਨਾਲ ਮੈਂ ਮੁਲਾਕਾਤਾਂ ਵੀ ਕੀਤੀਆਂ। ਤੇ ਉਸ ਤੋਂ ਇਲਾਵਾ ਮੇਰੇ ਉਸਤਾਦ ਨੇ ਡਾਕਟਰ ਇੰਦਰਜੀਤ ਸਿੰਘ ਹੋਰੀ ਮਰਹੂਮ, ਉਹ ਅਸੀਂ ਇੱਕ ਕੈਂਪ ਲਗਾਉਂਦੇ ਸੀ। ਮੈਨੂੰ ਹਮੇਸ਼ਾ ਇਹ ਕਹਿੰਦੇ ਸੀ ਕਿ ਵੀ ਨੀਤੀ ਆਪਾਂ ਨਾ ਇਹ ਜਿਹੜਾ ਡਾਂਸ ਹੈ ਰਿਵਾਈਵ ਕਰਨਾ ਹੈ, ਆਪਾਂ ਇਹ ਡਾਂਸ ਦੁਬਾਰਾ ਕਰਨਾ, ਕਿਉਂਕਿ ਉਹਨੂੰ ਇਸ ਡਾਂਸ ਬਾਰੇ ਥੋੜਾ ਬਹੁਤ ਪਤਾ ਸੀ ਤੇ ਉਹ ਚਾਹੁੰਦੇ ਸੀ ਕਿ ਇਹ ਡਾਂਸ ਦੁਬਾਰਾ ਬਣ ਜਾਵੇ ਇੱਕ ਵਾਰੀ, ਕਿਉਂਕਿ ਜਦੋਂ ਡਾਂਸ ਕੋਈ ਬਣਦਾ ਉਹ 'ਚੋਂ 8 ਤੋਂ 10 ਬੰਦੇ ਉਹਦੇ ਵਿੱਚ ਪਰਫਾਰਮ ਕਰਨਗੇ, ਪਲੱਸ ਇੱਕ ਡਰਮਰ ਹੋਏਗਾ ਨਾਲ, ਅਕੰਪਨੀਸਟ ਹੋਏਗਾ, ਤੇ 10 ਤੋਂ ਪਲੱਸ 11 ਜਣੇ ਹੋ ਗਏ ਉਹ, ਕਿ ਇਹ ਮਤਲਬ ਆਪਾਂ ਇਹਨਾਂ 11 ਬੰਦਿਆਂ ਨੂੰ ਇਹ ਡਾਂਸ ਦੇ ਦਿੱਤਾ, ਉਹ 11 ਫਿਰ ਅੱਗੇ ਜਿਹੜੇ ਵੰਡ ਸਕਦੇ ਨੇ ਜੀ। ਇਸ ਵਾਸਤੇ ਉਹ ਰਿਵਾਈਵ ਕਰਨ ਦੀ ਬਹੁਤ ਗੱਲ ਕਰਦੇ ਸੀ, ਤੇ ਮੈਂ ਉਹਨਾਂ ਨੂੰ ਪੁੱਛਣਾ ਕਿ ਸਰ ਇਹ ਕੌਣ ਨੱਚਦੇ ਸੀ, ਕਿੱਥੇ ਦੇ ਬੰਦੇ ਸੀਗੇ, ਕਿੱਦਾਂ ਸੀ, ਤੇ ਉਹਨਾਂ ਨੇ ਗੱਲਾਂ 'ਚ ਮੈਨੂੰ ਦੱਸਿਆ ਕਿ ਰਾਵਲਪਿੰਡੀ ਦੀ ਜਿਹੜੀ ਬੈਲਟ ਸੀਗੀ ਜੀ, ਉਧਰ ਦੇ ਬੰਦੇ ਪਰਫਾਰਮ ਕਰਦੇ ਸੀ। ਤੇ ਮੇਰਾ ਇੱਕ ਦੋਸਤ ਸੀ, ਮੇਰੇ ਨਾਲ ਸਕੂਲ 'ਚ ਪੜ੍ਹਿਆ, ਤੇ ਉਹ ਪਿਛੋਕੜ ਉਹਨਾਂ ਦਾ ਉਧਰ ਦਾ ਸੀ ਜੀ, ਤੇ ਉਹਨਾਂ ਦੀ ਬੜੇ ਪੁਰਾਣੇ ਸਮੇਂ ਦੇ ਵਿੱਚ ਇੱਥੇ ਆਪਣੇ ਜਲੰਧਰ ਸ਼ਹਿਰ ਵਿੱਚ ਇੱਕ ਬੇਕਰੀ ਹੁੰਦੀ ਸੀ, ਤੇ ਉਹਨਾਂ ਨੇ ਮੈਨੂੰ ਦੱਸਿਆ, ਤੇ ਫਿਰ ਮੈਂ ਉਹਨਾਂ ਦੇ ਇੱਕ ਰਿਸ਼ਤੇਦਾਰ ਨੂੰ ਮਿਲਿਆ, ਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਬਰਾਤ ਗਈ ਆ, ਉਹਦੇ ਜਿਹੜੇ ਨਾਨਕੇ ਆ ਮੇਰੇ ਦੋਸਤ ਦੇ, ਉਹਦੇ ਮਸੂਰੀ ਸੀਗੇ, ਜਦੋਂ ਬਰਾਤ ਗਈ, ਜਿਹੜੇ ਬਰਾਤੀ ਨਾਲ ਗਏ ਨੇ, ਤੇ ਉਹਨਾਂ ਨੇ, ਉਹ ਆਪ ਦੱਸਦੇ ਨੇ, ਕਹਿੰਦੇ ਅਸੀਂ ਜਦੋਂ ਬਰਾਤ ਚਲੇ ਗਈ ਤੇ ਬਰਾਤ ਦਾ ਸਟੇ ਹੁੰਦਾ ਸੀਗਾ, ਰਾਤ ਨੂੰ ਕਹਿੰਦੇ ਸੀ ਅਸੀਂ ਡੰਡੇ ਖੇਡੇ। ਅੱਛਾ, ਹਾਂਜੀ, ਜਾਂ ਕਿ ਉਹ ਡੰਡਾਸ ਨੂੰ
ਡੰਡੇ ਖੇਡਣਾ ਕਹਿੰਦੇ ਸੀਗੇ ਤੇ ਉਹ ਫਿਰ ਉਹੀ ਗੱਲ, ਫਿਰ ਉਹ ਖੇਡਦੇ ਸੀਗੇ, ਠੀਕ ਹੈ, ਨੱਚਦੇ ਨਹੀਂ ਸੀ, ਖੇਡਦੇ ਸੀ। ਤੇ ਉਹਨਾਂ ਡੰਡੇ ਖੇਡੇ ਤੇ ਮੈਂ ਫਿਰ ਉਹ ਬੰਦੇ ਇੱਕ ਦੋ ਲੱਭ ਕੇ ਜਲੰਧਰ ਸ਼ਹਿਰ ਵਿੱਚ ਉਹਨਾਂ ਨੂੰ ਮਿਲਿਆ ਕਿ ਕਿੱਦਾਂ ਹੁੰਦਾ ਸੀ, ਕਿੱਦਾਂ ਦੀਆਂ ਰਿਦਮਸ ਹੁੰਦੀਆਂ ਸੀ, ਕਿੱਦਾਂ ਦੇ ਇਹਦੇ ਪਿੱਛੇ ਲਿਰਿਕਸ ਕਿਹੋ ਜਿਹੇ ਹੋ ਸਕਦੇ ਨੇ, ਕਿਹੋ ਜਿਹੇ ਇਹਨਾਂ ਦੇ ਕਾਸਟਿਊਮ ਹੁੰਦੇ ਸੀ। ਫਿਰ ਮੈਨੂੰ ਜਲੰਧਰ ਦੇ ਕਾਲਜ ਨੇ ਮੌਕਾ ਦਿੱਤਾ ਕਿ ਅਸੀਂ ਬੱਚਿਆਂ ਨੂੰ ਇਹ ਕਰਾਈਏ, ਤੇ ਉਹ ਕੀਤਾ ਤੇ ਸਟੇਜ ਉੱਤੇ ਪਰਫਾਰਮ ਕੀਤਾ ਔਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਉਸ ਨੂੰ। ਇਹ ਨਵੀਂ ਚੀਜ਼ਾਂ ਔਰ ਅਲੋਪ ਹੋ ਰਹੇ ਜਿਹੜੇ ਸਾਡੇ ਲੋਕ ਨਾਚ ਆ ਉਹਨਾਂ ਦੇ ਵਿੱਚੋਂ ਇੱਕ ਡੰਡਾਸ ਵੀ ਆ, ਹਨਾ। ਹੁਣ ਮੈਂ ਗੱਲ ਲੈ ਕੇ ਜਾਂਦੀ ਆ ਧਮਾਲ ਵਾਲੇ ਪਾਸੇ, ਕਿਉਂਕਿ ਇਦਾਂ ਦੀ ਗੱਲ ਚੱਲ ਹੀ ਪਈ ਆ ਜਿਹੜੇ ਲੋਕਾਂ ਨੂੰ ਘੱਟ ਪਤਾ ਆ। ਆਮ ਤੌਰ ਤੇ ਆਪਾਂ ਜਦੋਂ ਵੀ ਪੰਜਾਬੀ ਕੋਈ ਬਹੁਤ ਵਧੀਆ ਕੰਮ ਕਰਦੇ ਨਾ, ਆਪਾਂ ਕਹਿੰਦੇ ਲੈ ਵੀ ਧਮਾਲਾਂ ਹੀ ਪਾਤੀਆਂ, ਕੋਈ ਵੀ ਤਰੀਕੇ ਦੀ, ਕਿਸੇ ਵੀ ਤਰੀਕੇ ਦੀ, ਚਾਹੇ ਉਹ ਫੈਂਸੀ ਡਰੈਸ ਦੀ ਪਰਫਾਰਮੈਂਸ ਵਧੀਆ ਦੇ ਦਿਓ, ਚਾਹੇ ਥੀਏਟਰ ਦੀ ਵਧੀਆ ਪਰਫਾਰਮੈਂਸ ਦੇ ਦਿਓ, ਹਨਾ, ਜਾਂ ਕੋਈ ਚੰਗਾ ਕੰਮ ਕਰ ਲਓ, ਤੂੰ ਤਾਂ ਧਮਾਲ ਪਾਤੀ। ਜਦੋਂ ਮੈਂ ਪੜ੍ਹਿਆ, ਦੇਖਿਆ, ਫਿਰ ਮੈਨੂੰ ਪਤਾ ਲੱਗਿਆ ਕਿ ਜਿਹੜੀ ਧਮਾਲ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ, ਇਹ ਵੀ ਇੱਕ ਲੋਕ ਨਾਚ ਆ ਜਿਹੜਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਕੀ ਕਹੋਗੇ? ਬਿਲਕੁਲ ਜੀ, ਧਮਾਲ ਇੱਕ ਵੱਖਰਾ ਲੋਕ ਨਾਚ ਹੈ। ਲੋਕਾਂ ਤੱਕ ਇਹਦੇ ਕੁਝ ਅੰਗ ਪਹੁੰਚੇ ਭੰਗੜੇ ਦੇ ਰਾਹੀਂ ਜੀ। ਜਿੰਨਾ ਕੁ ਆਪਾਂ ਇਹਦੇ ਬਾਰੇ ਪੜ੍ਹਦੇ ਆ, ਮੈਂ ਆਪਣੇ ਵਡੇਰਿਆਂ ਤੋਂ ਸਿੱਖਿਆ, ਆਪਣੇ ਉਸਤਾਦ ਲੋਕਾਂ ਤੋਂ ਸਿੱਖਿਆ। ਧਮਾਲ ਦੋ ਤਰੀਕਿਆਂ ਦੀ ਸਾਡੇ ਸਾਹਮਣੇ ਵੇਖਣ ਚ ਆਉਂਦੀ ਹੈ। ਇੱਕ ਆਉਂਦੀ ਹੈ ਪੀਰਾਂ ਦੀਆਂ ਥਾਵਾਂ ਤੇ, ਬਾਜ਼ਾਰਾਂ ਦੇ ਉੱਤੇ, ਜਿਹੜੇ ਕਿ ਮਸਤ ਹੋ ਕੇ ਉੱਥੋਂ ਦੇ ਜਿਹੜੇ ਅੱਲਾ ਦੇ ਨਾਲ ਰਾਬਤਾ ਕਾਇਮ ਕਰਦੇ ਆ, ਨੱਚਦੇ ਸੀ। ਤੇ ਦੂਸਰੀ ਕਿ ਜਦੋਂ ਕੋਈ ਵੀ ਭਲਵਾਨ ਆਪਣੀ ਕੁਸ਼ਤੀ ਜਿੱਤਦਾ ਸੀ ਤੇ ਆਪਣੀਆਂ ਦੋਹੇ ਬਾਹਾਂ ਉਲਾਰ ਕੇ ਲੱਤ ਹਵਾ 'ਚ ਚੁੱਕ ਕੇ ਨੱਚਦਾ ਸੀ, ਤੇ ਉਹ ਵੀ ਧਮਾਲ ਸੀ ਕਿ ਉਹਦੀ ਪੈਰ ਦੀ ਧਮਕ ਜਦੋਂ ਜ਼ਮੀਨ ਤੇ ਪੈਂਦੀ ਸੀ, ਤੇ ਉਹ ਧਮਕ ਔਰ ਧਮਾਲ ਇਹ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਤੇ ਸਟੇਜੀਕਰਨ ਦੇ ਵਿੱਚ ਧਮਾਲ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਹੋਈ ਹੈਗੀ ਹੈ, ਤੇ ਉਹਦੇ ਵਿੱਚ ਅਸੀਂ ਜਿਹੜਾ ਰੂਪ ਉਹਦਾ ਸਾਹਮਣੇ ਲੈ ਕੇ ਆਏ, ਅਸੀਂ ਭਲਵਾਨੀ ਰੂਪ ਹੀ ਲੈ ਕੇ ਆਏ ਸੀਗੇ ਉਹਦਾ। ਤੇ ਅਸੀਂ ਉਹਦਾ ਜਿਹੜਾ ਧਾਰਮਿਕ ਐਸਪੈਕਟ ਉਹ ਨਹੀਂ ਛੇੜਿਆ ਸੀ, ਜਿਹੜਾ ਭਲਵਾਨੀ ਰੂਪ ਸੀ ਉਹਨੂੰ ਹੀ ਲੈ ਕੇ ਆਂਦਾ। ਉਹਦੇ ਜਿਹੜੇ ਰਿਦਮਸ ਨੇ, ਜਿਹੜਾ ਜੈਸਚਰਸ ਚਾਹੀਦੇ ਨੇ, ਜਿੱਦਾਂ ਦੇ ਡਾਂਸਰਸ ਦੇ ਭਲਵਾਨਾਂ ਵਾਲੇ ਫੇਸ ਉੱਤੇ ਐਗਰੈਸ਼ਨ ਜੇ ਚਾਹੀਦੀ ਹੈ ਉੱਦਾਂ ਦੀ, ਉਹ ਸਾਰੀਆਂ ਚੀਜ਼ਾਂ ਨੂੰ ਦਿਮਾਗ 'ਚ ਰੱਖ ਕੇ ਤੇ ਫਿਰ ਉਹ ਜਿਹੜੇ ਕੰਪੋਜ਼ ਕੀਤਾ ਗਿਆ ਔਰ ਉਹ ਵੀ ਇੱਥੇ ਪਰਫਾਰਮ ਹੋਇਆ। ਆਮ ਬੰਦੇ ਨੂੰ ਤਾਂ ਨਾ ਉਹਦਾ ਬਹੁਤ ਸਾਰੀਆਂ ਗੱਲਾਂ ਦੀ ਸਮਝ ਹੀ ਨਹੀਂ ਆਉਂਦੀ, ਭੰਗੜੇ ਤੇ ਧਮਾਲ 'ਚ ਕੀ ਫਰਕ ਆ, ਭੰਗੜਾ ਕਿੰਨੇ ਕੁ ਲੋਕ ਨਾਚਾਂ ਦਾ ਮਿਸ਼ਰਣ ਆ। ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਹੱਲੇ ਕਰਨੀਆਂ ਆ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ, ਨਾ। ਹੁਣ ਇੱਕ ਇੱਦਾਂ ਦਾ ਗੀਤ ਦਿਖਾਉਣਾ ਜਿਹਦੇ ਵਿੱਚ ਲੋਕ ਨਾਚ ਦੀ ਝਲਕ ਬਾਖੂਬੀ ਮਿਲੂਗੀ, ਤੇ ਤੁਸੀਂ ਹਨਾ ਦੇਖ ਲਿਓ, ਸਹੀ ਆ? ਦੇਖਦੇ ਆ ਜੀ ਆ ਗੀਤ ਇੱਕ ਜੀ। ਵਿੱਚ ਪੰਜਾਬ ਵਿਸਾਖੀ ਦਾ ਮੇਲਾ, ਤੇ ਗੱਭਰੂ ਬਣ ਬਣਿਆ ਮਨ ਡਾਰਾਂ, ਮਾਰਿਓ ਸ਼ੇਖਾ ਡਗਾ ਢੋਲ ਤੇ ਮੈਂ ਜਿੰਦੜੀ ਤੇਥੋਂ ਵਾਰਾਂ, ਤੇ ਮੈਂ ਜਿੰਦੜੀ ਤੇਰੇ ਤੋਂ ਵਾਰਾਂ। ਓਏ ਅਲੀਸ਼ਾ ਮੇਲੇ ਦੇ ਵਿੱਚ ਆ ਗਏ ਗੱਭਰੂ, ਲੁੱਡੀਆਂ ਪਾ ਪਾ ਛਾ ਗਏ ਗੱਭਰੂ, ਮੇਲੇ ਦੇ ਵਿੱਚ ਆ ਗਏ ਗੱਭਰੂ, ਲੁੱਡੀਆਂ ਪਾ ਪਾ ਛਾ ਗਏ ਗੱਭਰੂ, ਨੱਚ ਨੱਚ ਤਰਤ ਹਲਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ। ਪੈਰਾਂ ਦੇ ਵਿੱਚ ਘੁੰਗਰੂ ਛਣ ਛਣ ਕਰਦੇ ਨੇ, ਵੇਖਣ ਵਾਲੇ ਵੇਖ ਕੇ ਹੌਂਕੇ ਭਰਦੇ ਨੇ। ਮਸਤੀ ਵਿੱਚ ਜਦ ਨੱਚਦੇ ਗੱਭਰੂ, ਫੁੱਲਾਂ ਵਾਂਗੂ ਹੱਸਦੇ ਗੱਭਰੂ, ਮਸਤੀ ਵਿੱਚ ਜਦ ਨੱਚਦੇ ਗੱਭਰੂ, ਫੁੱਲਾਂ ਵਾਂਗੂ ਹੱਸਦੇ ਗੱਭਰੂ, ਹਾਸੇ ਮਹਿਕ ਖੜਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ। ਆਈ ਵਿਸਾਖੀ ਪੱਕ ਗਈਆਂ
ਸੱਥ ਵਿੱਚ ਗੱਭਰੂ ਲੁੱਡੀ ਪਈ ਪਵੇਂਗੇ ਖੜ ਖੜ ਵੇਖਣ ਸਾਰੇ ਹਾਣੀ ਆਵੇ ਚੱਲ ਮੇਲੇ ਨੂੰ ਚੱਲੀਏ ਸੋਹਣੇ ਆਵੇ ਚੱਲ ਮੇਲੇ ਨੂੰ ਚੱਲੀਏ ਔੜਕ ਜਾਣਾ ਮਰਵੇ ਚੱਲ ਮੇਲੇ ਨੂੰ ਚੱਲੀਏ ਸੋਹਣੇ ਆਵੇ ਚੱਲ ਮੇਲੇ ਨੂੰ ਚੱਲੀਏ ਆਲੇ ਫੜ ਕੁੰਜੀਆਂ ਤੇ ਸਾਂਭ ਲੈ ਤਿਜੋਰੀਆਂ ਖਸਮਾਂ ਨੂੰ ਖਾਂਦਾ ਤੇਰਾ ਘਰ ਵੇ ਚੱਲ ਓਏ ਅਲੀ ਸ਼ਾ ਕੰਮ ਲੁੱਡੀ ਓ ਸ਼ਾਵਾ ਕੰਮ ਲੁੱਡੀ ਓ ਸ਼ਾਵਾ ਕੰਮ ਲੁੱਡੀ ਓ ਸ਼ਾਵਾ ਕੰਮ ਲੁੱਡੀ ਓਏ ਅਲੀ ਸ਼ਾ ਮਾਲੀ ਦਾ ਕੰਮ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਬरुण ਕੌਰ ਮਾਨ ਹਾਂ ਤੇ ਔਰ ਮੇਰੇ ਨਾਲ ਅੱਜ ਨੇ ਨੀਤੀ ਰਾਜਵੀਰ ਸਿੰਘ ਸ਼ੇਰਗਿੱਲ ਜੋ ਕਿ ਲੋਕ ਨਾਚ ਨਿਰਦੇਸ਼ਕ ਨੇ। ਅਸੀਂ ਨਾ ਗੀਤ ਤੋਂ ਪਹਿਲਾਂ ਗੱਲ ਕਰ ਰਹੇ ਸੀ ਧਮਾਲ ਦੀ ਤੇ ਭੰਗੜੇ ਦੀ, ਹਨਾ। ਮੈਂ ਧਮਾਲ ਵੀ ਦੇਖੀ ਆ, ਮੈਂ ਭੰਗੜਾ ਵੀ ਦੇਖਿਆ ਆ, ਜੀ। ਪਰ ਜਿਹਨੂੰ ਟੈਕਨੀਕਲੀ ਜਾਣਕਾਰੀ ਹੋਊਗੀ ਉਹ ਤਾਂ ਸਪਸ਼ਟ ਕਹਿ ਦਊਗਾ ਕਿ ਆ ਤਾਂ ਇਦਾਂ ਆ, ਪਰ ਆਮ ਬੰਦਾ ਨਹੀਂ ਪਤਾ ਕਰ ਸਕਦਾ ਕਿ ਇਹ ਧਮਾਲ ਪੈਣ ਡੇ ਕਿ ਭੰਗੜਾ ਪੈਣ ਡਿਆ। ਇਹ ਕਿੱਦਾਂ ਡਿਫਰੈਂਸ਼ੀਏਸ਼ਨ ਹੋਵੇ? ਇਹਦੇ ਵਾਸਤੇ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜੀ, ਸਿੱਧੀ ਗੱਲ ਹੈ। ਜੀ। ਕਿਉਂਕਿ ਇਹਦੀਆਂ ਸਭ ਤੋਂ ਪਹਿਲਾਂ ਤੇ ਜੇ ਕਿਤੇ ਬਾਹਰ ਮੈਂ ਸਮਝੋ ਇੱਥੇ ਇਸ ਵੇਲੇ ਬੈਠਾ, ਜੇ ਕਿਤੇ ਕੰਧ ਦੇ ਪਰਲੇ ਬੰਨੇ ਢੋਲ ਦੀ ਰਿਦਮ ਜਦੋਂ ਵੱਜਣੀ ਹੈ ਤੇ ਉਹਦੇ ਪਤਾ ਲੱਗਣਾ ਕਿ ਹਾਂ ਵੀ ਇਹ ਜਿਹੜੀ ਰਿਦਮਸ ਨੇ ਇਹ ਭੰਗੜੇ ਨਾਲ ਜੁੜੀਆਂ ਹੋਈਆਂ ਨੇ। ਜੀ। ਇਹ ਰਿਦਮਸ ਜਿਹੜੀਆਂ ਨੇ ਇਹ ਧਮਾਲ ਨਾਲ ਜੁੜੀਆਂ ਹੋਈਆਂ ਨੇ। ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਹੋਣੀ ਉਹ ਰਿਦਮ ਦੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਡੇ ਨਾਲ ਜਿਹੜਾ ਤੁਹਾਡਾ ਪਰਕਸ਼ਨਿਸਟ ਹੈਗਾ ਵਾ, ਜਿਹੜਾ ਡਰਮਰ ਹੈ ਤੁਹਾਡਾ ਨਾਲ ਉਸਤਾਦ ਹੈ ਜਿਹੜਾ, ਉਹਨੂੰ ਵੀ ਇਹ ਚੀਜ਼ਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਕਿੱਦਾਂ ਦੀਆਂ ਰਿਦਮਸ ਜਿਹੜੀਆਂ ਨੇ ਉਹ ਧਮਾਲ ਵਾਲੀਆਂ ਨੇ ਔਰ ਭੰਗੜੇ ਵਿੱਚ ਕੀ ਕੀ ਵੱਜੇਗਾ। ਔਰ ਭੰਗੜਾ ਜਿਹੜਾ ਆਪਾਂ ਅੱਜ ਕੱਲ੍ਹ ਸਟੇਜਾਂ ਤੇ ਵੇਖਦੇ ਹਾਂ ਉਹ ਇਕੱਲਾ ਭੰਗੜਾ ਤੇ ਵੈਸੇ ਜਿਵੇਂ ਆਪਾਂ ਤੁਸੀਂ ਦੱਸਿਆ ਹੀ ਹੈ ਕਿ ਹੈ ਹੀ ਨਹੀਂ ਇਕੱਲਾ ਭੰਗੜਾ, ਉਹਦੇ ਵਿੱਚ ਲੁੱਡੀ ਵੀ ਹੈ, ਉਹਦੇ ਚ ਝੂਮਰ ਵੀ ਹੈ, ਉਹਦੇ ਚ ਪਠਾਨੀਆਂ ਵੀ ਹੈ, ਉਹਦੇ ਚ ਧਮਾਲਾਂ ਵੀ ਨੇ। ਤੇ ਇਹ ਸਾਰੇ ਲੋਕ ਨਾਚਾਂ ਦਾ ਜਿਹੜਾ ਮਿਸ਼ਰਣ ਹੈ ਉਹ ਜਦੋਂ ਸਟੇਜੀਕਰਨ ਹੁੰਦਾ ਆ ਤੇ ਲੋਕਾਂ ਵਾਸਤੇ ਉਹ ਸਟੇਜ ਦੇ ਉੱਤੇ ਸਾਰਾ ਰਲਾ ਕੇ ਹੀ ਪੇਸ਼ ਕੀਤਾ ਜਾਂਦਾ। ਬਹੁਤ ਖੂਬ। ਔਰ ਸੱਚੀ ਗੱਲ ਆ ਕਿ ਲੋਕ ਨਾਚ ਭੰਗੜਾ ਜਿਹੜਾ ਬਹੁਤ ਸਾਰੇ ਲੋਕ ਨਾਚਾਂ ਦਾ ਮਿਸ਼ਰਣ ਹੈਗਾ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਬਸ ਇਹ ਆ ਕਿ ਪਰਖਣ ਵਾਲੀ ਅੱਖ ਚਾਹੀਦੀ ਆ, ਤੁਹਾਨੂੰ ਬਰੀਕੀ ਦੇ ਨਾਲ ਜਾਣਕਾਰੀ ਹੋਣੀ ਚਾਹੀਦੀ ਆ। ਇੱਕ ਗੱਲ ਇਹ ਆ, ਲੋਕ ਕਹਿ ਦਿੰਦੇ ਆ ਅਸੀਂ ਬਰੀਕੀ 'ਚ ਜਾ ਕੇ ਕੀ ਕਰਨਾ, ਸਾਨੂੰ ਕੀ ਪਈ ਆ ਇੰਨੇ ਔਖੇ ਹੋ ਕੇ ਨਾ ਚੀਜ਼ਾਂ ਨੂੰ ਸਮਝ ਗਏ, ਅਸੀਂ ਤਾਂ ਘੜੀ ਟੱਪਣਾ ਹੀ ਆ, ਜਿੱਦਾਂ ਮਰਜ਼ੀ ਟੱਪ ਲਓ। ਹਰ ਤਰੀਕੇ ਦੇ ਤੁਹਾਨੂੰ ਵਿਅਕਤੀ ਮਿਲਣਗੇ ਇੱਥੇ ਕਿ ਕੁਝ ਹੋਣਗੇ ਕਿ ਜਿਹੜੇ ਕਹਿਣਗੇ ਕਿ ਅਸੀਂ ਜਿਵੇਂ ਤੁਸੀਂ ਦੱਸਦੇ ਪਏ ਹੋ ਕਿ ਬਸ ਆਪਾਂ ਇਹ ਤੋਂ ਕੀ ਲੈਣਾ, ਠੀਕ ਹੈ ਜੀ। ਤੇ ਕੁਝ ਹੋਣਗੇ ਕਿ ਹਾਂਜੀ ਇਹ ਕਿੱਦਾਂ, ਤੇ ਲੋਕੀ ਹਮੇਸ਼ਾ ਉਸ ਨੂੰ ਚੇਤੇ ਰੱਖਦੇ ਨੇ ਜਿਹੜਾ ਇਹ ਪੁੱਛੇਗਾ ਕਿੱਦਾਂ, ਜਿਹੜਾ ਉਹਦੇ ਮਗਰ ਤੁਰਿਆ। ਵਾਹ। ਔਰ ਮੈਂ ਇਹ ਚਾਹਾਂਗਾ ਕਿ ਠੀਕ ਹੈ ਤੁਸੀਂ ਇਹ ਗੱਲ ਜ਼ਰੂਰ ਤੁਹਾਡੇ ਦਿਮਾਗ 'ਚ ਆਉਂਦੀ ਹੈ ਕਿ ਹਾਂਜੀ ਚਲੋ ਛੱਡੋ ਪਰੇ ਆਪਾਂ ਕੀ ਲੈਣਾ, ਪਰ ਜੇ ਗੱਲ ਆਪਾਂ ਕਰੀਏ ਲੋਕ ਨਾਚਾਂ ਦੇ ਸੰਦਰਭ ਦੇ ਵਿੱਚ ਤੇ ਜੇ ਅੱਜ ਆਪਾਂ ਚਾਹੁੰਦੇ ਹਾਂ ਕਿ ਸਾਡੇ ਲੋਕ ਨਾਚ ਜਿਹੜੇ ਉਹ ਬਚੇ ਰਹਿਣ, ਇਕੱਲੇ ਬਚੇ ਨਾ ਰਹਿਣ, ਉਹ ਪ੍ਰਫੁੱਲਤ ਵੀ ਹੋਣ, ਸਾਡੇ ਬੱਚਿਆਂ ਤੱਕ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਣ। ਕਿਉਂਕਿ ਲੋਕ ਨਾਚ ਸਿਰਫ ਤੇ ਸਿਰਫ ਜਿਵੇਂ ਆਪਣੀ ਗੱਲ ਸ਼ੁਰੂ ਚੱਲੀ ਸੀ ਕਿ ਸਿਰਫ ਐਂਟਰਟੇਨਮੈਂਟ ਦਾ ਸਾਧਨ ਨਹੀਂ, ਸਾਡੇ ਮਨੋਭਾਵ ਵੀ ਨਾਲ ਉਹਦੇ, ਸਾਡਾ ਪਿਛੋਕੜ ਵੀ ਉਹਦੇ ਨਾਲ ਜੁੜਿਆ ਹੋਇਆ। ਤੇ ਜੇ ਆਪਾਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਸਾਰੀਆਂ ਬਚੀਆਂ ਰਹਿਣ, ਅੱਗੇ ਜਾਣ, ਤੇ ਸਾਨੂੰ ਇਹ ਚੀਜ਼ ਕਹਿਣੀ ਛੱਡਣੀ ਪੈਣੀ ਹੈ ਕਿ ਆਪਾਂ ਕੀ ਲੈਣਾ। ਬਿਲਕੁਲ, ਥੋੜਾ ਬਹੁਤਾ ਤੇ ਪਤਾ ਹੋਣਾ ਜ਼ਰੂਰੀ ਹੈ। ਬਿਲਕੁਲ। ਨੀਤੀ ਰਾਜ ਹੋਣਾ ਨੂੰ ਨਾ ਸਨਮਾਨ ਵੀ ਕੀਤਾ ਗਿਆ ਲੋਕ ਨਾਚਾਂ ਦੇ ਉੱਤੇ ਕੰਮ ਕਰਨ ਦੇ ਲਈ, ਹਨਾ। ਤੁਸੀਂ ਇਸ ਫੀਲਡ ਦੇ ਵਿੱਚ ਕੰਮ ਕੀਤਾ। ਗੱਲ ਆਉਂਦੀ ਆ ਹੁਣ ਇੰਨਾ ਕੰਮ ਕੀਤਾ, ਤੁਹਾਨੂੰ ਇੰਨਾ ਪਤਾ ਕਿ ਇਸ ਲੋਕ ਨਾਚ ਦੇ ਵਿੱਚ ਕੀ ਪਾਉਣਾ, ਇਹਦੇ ਵਿੱਚ ਕਿੱਦਾਂ ਦੇ ਕੱਪੜੇ ਹੋਣੇ ਚਾਹੀਦੇ। ਜਿੱਦਾਂ ਹੁਣ ਆਪਾਂ ਜਿਹੜੀ ਲੁੱਡੀ ਦੇਖੀ ਉਹ 'ਚ 2 ਸ਼ਮਲੇ ਸੀ, ਆਮ ਤੌਰ ਤੇ ਭੰਗੜੇ ਦੇ ਵਿੱਚ ਇੱਕ ਹੀ ਹੁੰਦਾ। ਇਹਨੂੰ ਕਿੱਦਾਂ ਡਿਸਕ੍ਰਾਈਬ ਕਰਨਾ ਪਹਿਰਾਵੇ ਨੂੰ ਕਿ ਇਹ 2 ਸ਼ਮਲਿਆਂ ਵਾਲਾ, ਇਹ ਚੋਲੇ ਵਾਲਾ ਲੋਕ ਨਾਚ ਆ, ਇਹਦੀ ਸਰਚ ਕਿੰਨੀ ਔਖੀ ਆ, ਇਹ ਕਿੰਨਾ ਬਦਲਾਅ ਪਹਿਲਾਂ ਨਾਲੋਂ ਪਹਿਰਾਵੇ ਦੇ ਉੱਤੇ ਆ ਗਿਆ। ਕਿਉਂਕਿ ਮੈਨੂੰ ਪਤਾ ਕਿ ਜਦੋਂ ਕੰਪੀਟੀਸ਼ਨਸ ਵੀ ਹੁੰਦੇ ਆ, ਪਹਿਰਾਵੇ ਦੇ ਨੰਬਰਾਂ ਦਾ ਇੱਕ ਅਲੱਗ ਤੋਂ ਕਾਲਮ ਹੁੰਦਾ ਹੀ ਹੁੰਦਾ। ਜੇ ਕੰਪੀਟੀਸ਼ਨ ਨਹੀਂ ਹੈਗਾ ਵਿਆਹ ਤੇ ਕਿਸੇ ਹੋਰ ਥਾਂ ਦੇ ਉੱਤੇ, ਪਹਿਲਾਂ ਇਹ ਹੁੰਦਾ ਕਿ ਸਪੈਸ਼ਲ ਮਾਰਕੀਟ ਹੁਣ ਤਾਂ ਭਰੀ ਪਈ ਖਾਸ ਤੌਰ ਤੇ ਬੀਬੀਆਂ ਦੇ ਲਈ
ਕਿ ਇਹ ਤਾਂ ਜਾਗੋ ਵਾਲੇ ਕੱਪੜੇ ਆ। ਸੋ ਪਹਿਰਾਵਾ ਕਿੰਨਾ ਅਹਿਮੀਅਤ ਦੇ ਦਿੰਦਾ। ਪਹਿਰਾਵਾ ਬਹੁਤ ਅਹਿਮੀਅਤ ਦਿੰਦਾ ਕਿਉਂਕਿ ਸਾਡਾ ਪੰਜਾਬ ਜਿਹੜਾ ਹੈ ਇਹ ਜ਼ਰਖੇਜ਼ ਧਰਤੀ ਰਹੀ ਹੈਗੀ ਹੈ ਵੀ ਹੈ, ਔਰ ਇੱਥੋਂ ਦੇ ਲੋਕ ਆਪਣੇ ਆਪ ਨੂੰ ਆਪਣੇ ਵੇਸ਼ਭੂਸ਼ਾ ਦੇ ਸੰਬੰਧ ਵਿੱਚ ਬੜੇ ਜਾਗਰੂਕ ਰਹੇ ਨੇ, ਆਪਣਾ ਜੋ ਮਨੋਭਾਵਨੇ ਰੰਗਾਂ ਦੇ ਰਾਹੀਂ ਦਰਸਾਉਣ ਵਾਸਤੇ ਵੀ। ਭੰਗੜੇ ਦੀ ਜੇ ਵੇਸ਼ਭੂਸ਼ਾ ਦੀ ਗੱਲ ਕਰੀਏ, ਜੇ ਆਪਾਂ ਪੁਰਾਣੇ ਭੰਗੜੇ ਵੇਖਦੇ ਹਾਂ ਉਹਦੇ ਵਿੱਚ ਗੋਟੇ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਸੀ, ਪੱਗਾਂ ਦੇ ਉੱਤੇ ਗੋਟਾ ਲੱਗਾ ਹੁੰਦਾ ਸੀ, ਪੱਟੀਆਂ ਹੁੰਦੀਆਂ ਸੀ ਗੋਟੇ ਦੀਆਂ, ਜਾਂ ਜਿਹੜੀ ਜੈਕਟਸ ਪਾਉਂਦੇ ਸੀਗੇ ਗੱਭਰੂ ਉਹਨਾਂ ਉੱਤੇ ਬਹੁਤ ਜ਼ਿਆਦਾ ਜਿਹੜੀ ਹੈ ਗੋਟੇ ਦਾ ਕੰਮ ਹੋਇਆ ਹੁੰਦਾ ਸੀ। ਤੇ ਜਦੋਂ ਇਹਦਾ ਸਟੇਜੀਕਰਨ ਹੁੰਦਾ ਹੈ ਤੇ ਇਹਨੂੰ ਇੱਕ ਬੰਨ੍ਹਵਾਂ ਰੂਪ ਦੇਣ ਦੀ ਗੱਲ ਆਉਂਦੀ ਹੈ, ਤੇ ਮੇਰੇ ਉਸਤਾਦ ਮਰਹੂਮ ਡਾਕਟਰ ਇੰਦਰਜੀਤ ਸਿੰਘ ਹੋਰੀ, ਬਾਈ ਪੰਮੀ ਜੀ ਜਾਂ ਹੋਰ ਪੁਰਾਣੇ ਜਿੰਨੇ ਵੀ ਭੰਗੜੇ ਦੇ ਕਲਾਕਾਰ ਜਿਹੜੇ ਭੰਗੜੇ ਨਾਲ ਜੁੜੇ ਰਹੇ ਨੇ, ਭੰਗੜੇ ਉੱਤੇ ਜਿਨ੍ਹਾਂ ਨੇ ਕੰਮ ਕੀਤਾ, ਇਹ ਜਦੋਂ ਸਿਰ ਜੋੜ ਕੇ ਬੈਠੇ ਤੇ ਇਹਨਾਂ ਨੇ ਇਸ ਚੀਜ਼ ਨੂੰ ਫਿਰ ਬੰਨਿਆ ਕਿ ਭੰਗੜੇ ਦੇ ਵਿੱਚ ਗੋਟਾ ਜਿਹੜਾ ਗੋਟਾ ਲੈ ਦੇ ਕੇ ਕੁੜੀਆਂ ਵਾਸਤੇ, ਕਿ ਉਹਨਾਂ ਦੇ ਸੂਟਾਂ ਉੱਤੇ ਯੂਜ਼ ਹੁੰਦਾ ਸੀ, ਆਪਣੇ ਪੁਰਾਣੇ ਜਿਹੜੇ ਇੱਦਾਂ ਨਹੀਂ ਸੀ ਹੁੰਦੇ, ਤੇ ਆਪਾਂ ਜਿਹੜਾ ਗੋਟਾ ਹੈ ਉਹ ਸਿਰਫ ਸਿਰ ਦੀ ਪੱਗ ਦੀ ਪੱਟੀ ਵਾਸਤੇ ਹੀ ਪਰਮਿਟਡ ਕਰਨਾ ਹੈ ਜੀ। ਤੇ ਮੈਂ ਕਿਤੇ ਕਿਤੇ ਇਹ ਸੋਚਦਾ ਕਿ ਕੁਝ ਜਿਹੜੀ ਕਾਸਟਿਊਮਸ ਦੀ ਜਿਹੜੀ ਗੱਲ ਹੈਗੀ ਹੈ ਉਹ ਮਾਰਕੀਟ ਦੇ ਵਿੱਚ ਅਵੇਲੇਬਿਲਿਟੀ ਉੱਤੇ ਵੀ ਨਿਰਭਰ ਕਰਦੀ ਹੈ। ਬਿਲਕੁਲ 90s ਦੇ ਵਿੱਚ ਜਿਹੜਾ ਭੰਗੜਾ ਪੈਂਦਾ ਸੀ ਉਹਦੇ ਵਿੱਚ ਚਾਦਰੇ ਪ੍ਰਿੰਟਡ ਹੁੰਦੇ ਸੀ, ਜੈਕਟਸ ਜਿਹੜੀਆਂ ਸ਼ਨੀਲ ਦੀਆਂ ਪ੍ਰਿੰਟਡ ਹੁੰਦੀਆਂ ਸੀ, ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਚਾਦਰੇ ਜਿਹੜੇ ਉਹ ਪਲੇਨ ਨੇ, ਜੈਕਟਸ ਪਲੇਨ ਨੇ, ਉਹਦੇ ਉੱਤੇ ਕਿਤੇ ਥੋੜ੍ਹਾ ਬਹੁਤਾ ਕਿਸੇ ਨੇ ਕੋਈ ਬੂਟੀ ਪਵਾ ਲਈ, ਉਹ ਚੱਲਦਾ ਪਿਆ ਕਿਉਂਕਿ ਸ਼ਾਇਦ ਮਾਰਕੀਟ ਦੇ ਵਿੱਚ ਸਹੀ ਰੇਟਾਂ ਉੱਤੇ ਚੀਜ਼ਾਂ ਅਵੇਲੇਬਲ ਵੀ ਨਹੀਂ ਗਈਆਂ ਜੀ। ਤੇ ਇਹ ਦੋਵੇਂ ਚੀਜ਼ਾਂ ਨਾਲ ਚੱਲਦੀਆਂ ਨੇ, ਪਰ ਜਦੋਂ ਆਪਾਂ ਉਹਨੂੰ ਬੰਨਣ ਦੀ ਗੱਲ ਕਰਦੇ ਹਾਂ, ਜੋ ਉਸਤਾਦ ਹੋਰਾਂ ਨੇ, ਜੋ ਸਰ ਹੋਰਾਂ ਨੇ ਜਿੱਦਾਂ ਵੀ ਇਹਨਾਂ ਨੂੰ ਕੀਤਾ ਸੀਗਾ ਯੂਨੀਵਰਸਿਟੀਜ਼ ਦੇ ਵਿੱਚ, ਉਸੇ ਤਰੀਕੇ ਹੀ ਉਹ ਬਜਵਾ ਚੱਲ ਰਿਹਾ। ਜਿਹੜੇ ਗੋਟਾ ਹੈ ਉਹ ਸਿਰਫ ਪੱਗ ਵਾਸਤੇ, ਤੇ ਬਾਕੀ ਜਿਹੜੇ ਕਾਸਟਿਊਮ ਉਹ ਸਿੰਪਲ ਰੱਖੀ ਜਾਣੀ ਚਾਹੀਦੀ ਹੈਗੀ ਹੈ। ਇਹ ਜਿਹੜੇ ਨਿਯਮ ਆ ਹਨਾ, ਮੈਨੂੰ ਲੱਗਦਾ ਕਿ ਇਹ ਕੇਵਲ ਯੂਨੀਵਰਸਿਟੀਜ਼ ਦੀਆਂ ਸਟੇਜਾਂ ਦੇ ਲਈ, ਕਾਲਜਾਂ ਦੀਆਂ ਸਟੇਜਾਂ ਦੇ ਲਈ ਹੈਗੇ ਆ, ਕਿਉਂਕਿ ਆਮ ਬੰਦਾ ਜਦੋਂ ਇਹਨਾਂ ਲੋਕ ਨਾਚਾਂ ਨੂੰ ਨੱਚਦਾ ਆ, ਨਾ ਤਾਂ ਗਿਣਤੀ ਨਿਰਧਾਰਿਤ ਹੁੰਦੀ ਆ ਕਿ ਤੁਸੀਂ 10 ਤੋਂ 12 ਹੀ ਜਾਣੇ ਹੋਣੇ ਚਾਹੀਦੇ ਆ, ਪੂਰੇ ਦਾ ਪੂਰਾ ਮੇਲ ਹੀ ਨੱਚਣ ਲੱਗਾ ਹੁੰਦਾ ਆ, ਨਾ ਤੁਹਾਡੀ ਜਗ੍ਹਾ ਹੁੰਦੀ ਆ ਕਿ ਇੰਨੇ ਤੋਂ ਇੰਨੇ ਮਿੰਟ ਦਾ ਹੋਣਾ ਹਨਾ। ਸੋ ਜਦੋਂ ਤੁਸੀਂ ਕਿਸੇ ਚੀਜ਼ ਦਾ ਸਟੇਜੀਕਰਨ ਕਰਨਾ ਆ, ਉਦੋਂ ਤੁਹਾਨੂੰ ਨਿਯਮਾਂ ਦੇ ਵਿੱਚ ਚੀਜ਼ ਨੂੰ ਬੰਨਣਾ ਹੀ ਪਊਗਾ। ਕੀ ਕਹੋਗੇ? ਬਿਲਕੁਲ ਜੀ, ਸਟੇਜੀਕਰਨ ਵਾਸਤੇ ਬਹੁਤ ਜ਼ਰੂਰੀ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਪਹਿਲਿਆਂ ਸਮੇਂ ਦੇ ਵਿੱਚ ਮੇਲਿਆਂ ਵਿੱਚ ਭੰਗੜਾ ਪੈਂਦਾ ਸੀ ਤੇ ਕੋਈ ਘਰੋਂ ਇੱਕੋ ਜਿਹੀਆਂ ਪੱਗਾਂ ਬੰਨ੍ਹ ਕੇ ਤੇ ਨਹੀਂ ਨਾ ਆਉਂਦਾ ਹੋਣਾ, ਕਿਸੇ ਦਾ ਕੋਈ ਸਟਾਈਲ ਹੋਣਾ, ਕਿਸੇ ਨੇ ਥੱਲੇ ਲੜ ਛੱਡੇ ਹੋਣੇ, ਕਿਸੇ ਨੇ ਸ਼ਮਲਾ ਬੰਨਿਆ ਇੱਕ ਉੱਪਰ ਨੂੰ ਕੀਤਾ ਹੋਣਾ, ਕਿਸੇ ਨੇ ਵਿਦਆਊਟ ਸ਼ਮਲੇ ਵੀ ਹੋ ਸਕਦੀ ਹੈ, ਕਿੱਦਾਂ ਦਾ ਉਹਨੇ ਡੱਬੀਦਾਰ ਚਾਦਰਾ ਪਾਇਆ, ਕੁੜਤਾ ਕਿਹੜੇ ਰੰਗ ਦਾ ਪਾਇਆ, ਉਹ ਕਿਸ ਤਰੀਕੇ ਵੀ ਚੱਲਦਾ ਹੋਏਗਾ। ਹਾਂਜੀ, ਪਰ ਸਟੇਜੀਕਰਨ ਜਦੋਂ ਹੁੰਦਾ ਹੈ ਚੀਜ਼ ਦਾ, ਉਹਨੂੰ ਫਿਰ ਤੁਸੀਂ ਟੀਮ ਦੇ ਰੂਪ ਵਿੱਚ ਜਦੋਂ ਵੇਖਦੇ ਹੋ ਤੇ ਉਹ ਚੀਜ਼ਾਂ ਕਰਨੀਆਂ ਪੈਣੀਆਂ। ਇਹਦੇ ਨਾਲ ਸਟੇਜੀਕਰਨ ਦੇ ਸਾਨੂੰ ਲਾਭ ਬਹੁਤ ਹੋਏ ਨੇ ਕਿ ਕਿਉਂਕਿ ਲੈ ਦੇ ਕੇ ਕਾਲਜਾਂ ਸਕੂਲਾਂ ਵਿੱਚ ਹੀ ਭੰਗੜਾ ਜਿਹੜਾ ਆ ਉਹ ਬਚਿਆ ਆ, ਉਹੀ ਸਾਂਭਦੇ ਪਏ ਨੇ। ਬਿਲਕੁਲ। ਤੇ ਜੇ ਨੁਕਸਾਨ ਦੀ ਗੱਲ ਕਰੀਏ, ਲਾਭ ਤਾਂ ਦੱਸਦੇ ਤੁਸੀਂ ਸਟੇਜੀਕਰਨ ਦੇ। ਨੁਕਸਾਨ ਇਹ ਜਿਹੜਾ ਮੇਜਰ ਨੁਕਸਾਨ ਹੈ ਉਹ ਇਹੀ ਹੈ ਕਿ ਇਹ ਲੋਕਾਂ ਨੇ ਛੱਡ ਕੇ ਤੇ ਕਾਲਜਾਂ ਨੇ ਸੰਭਾਲ ਲਿਆ, ਲੋਕਾਂ ਤੱਕ ਨਹੀਂ ਗਿਆ। ਹਰ ਇੱਕ ਕਾਲਜ ਦੇ ਵਿੱਚ 8 ਮੁੰਡੇ ਨੇ, 2 ਸਪੇਅਰ ਹੋਣਗੇ, ਉਹ 10 ਜਣੇ ਭੰਗੜੇ ਵਾਲੇ ਹੁੰਦੇ ਨੇ, ਬਾਕੀ ਦੇ ਕਈ ਤੇ ਵੇਖਣ ਵੀ ਨਹੀਂ ਆਉਂਦੇ ਚੱਜ ਨਾਲ। ਇਹ ਚੀਜ਼ਾਂ ਜਿਹੜੀਆਂ ਹੋਈਆਂ, ਲੋਕਾਂ ਦਾ ਆਪਣਾ ਇੰਟਰਸਟ ਘਟ ਗਿਆ ਉਹਦੇ ਵਿੱਚ। ਬਿਲਕੁਲ, ਸ਼ਾਇਦ ਰਫਤਾਰ ਜਿਹੜੀ ਜ਼ਿੰਦਗੀ ਦੀ ਉਹ ਜ਼ਿਆਦਾ ਵੱਧ ਗਈ ਉਹਦੇ ਕਰਕੇ। ਤੁਸੀਂ ਨਾ ਗੱਲਾਂ 'ਚ ਆਪਣੇ ਉਸਤਾਦ ਹੋਣਾ ਦੀ ਗੱਲ ਕੀਤੀ ਸੀ, ਮੈਂ ਪੁੱਛਣਾ ਹੀ ਚਾਹ ਰਹੀ ਸੀ ਉਹਨਾਂ ਬਾਰੇ, ਕਿਉਂਕਿ ਤੁਸੀਂ ਇੰਨੀ ਬਰੀਕੀ ਦੇ ਨਾਲ ਜਾਣਕਾਰੀ ਇਕੱਠੀ ਕਰਨ ਦੀ ਇੱਛਾ ਵੀ ਰਹਿੰਦੀ ਹੈ ਤੁਹਾਨੂੰ ਹਨਾ। ਤੁਸੀਂ ਕਰਾਇਆ ਇੰਨੇ ਸਾਰੇ, ਪਤਾ ਨਹੀਂ ਕਿੰਨੇ ਸਟੂਡੈਂਟਸ ਤੁਹਾਡੇ ਕੋਲੋਂ ਭੰਗੜੇ ਦੇ ਲੰਘ ਕੇ ਗਏ ਹੋਣਗੇ ਜਾਂ ਹੋਰ ਲੋਕ ਨਾਚਾਂ ਦੇ, ਪਰ ਜਿੰਨਿਆਂ ਨੂੰ ਮਰਜ਼ੀ ਸਿਖਾ ਲਓ ਉਹ ਇੱਕ ਪਾਸੇ, ਜਿਹਦੇ ਤੋਂ ਤੁਸੀਂ ਸਿੱਖਿਆ ਉਹ ਇੱਕ ਪਾਸੇ। ਬਿਲਕੁਲ ਜੀ, ਇਹ ਉਹਨਾਂ ਬਾਰੇ ਜ਼ਰੂਰ ਕੁਝ ਦੱਸੋ ਸਾਨੂੰ। ਮੈਨੂੰ ਜੀ ਸਿੱਧੀ ਗੱਲ ਹੈ ਕਿ ਮੈਨੂੰ ਜਿਹੜੀ ਚੇਟਕ ਹੈ ਲੋਕ ਨਾਚਾਂ ਦੀ, ਮੇਰੇ ਫਾਦਰ ਸਾਹਿਬ ਤੋਂ ਲੱਗੀ, ਸਰਦਾਰ ਭੁਪਿੰਦਰ ਸਿੰਘ ਹੋਰਾਂ ਤੋਂ। ਉਹ ਆਪ ਪੰਜਾਬ ਯੂਨੀਵਰਸਿਟੀ ਵਿੱਚ ਲਿਟਰੇਰੀ ਆਈਟਮਸ ਦੇ ਨਾਲ ਪਰਫਾਰਮ ਕਰਦੇ ਨੇ ਉਹਦੇ ਵਿੱਚ। ਤੇ ਉਸ ਤੋਂ ਬਾਅਦ ਮੈਂ ਜਿਹੜਾ ਭੰਗੜਾ ਜਿਹੜਾ ਸਟਾਰਟ ਕੀਤਾ, ਉਹ ਉਸਤਾਦ ਵਿਜੇ ਬਾਵਾ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਕੋਲੋਂ ਥੋੜਾ ਬਹੁਤਾ ਸਿੱਖਿਆ। ਤੇ ਜਿਹੜੀਆਂ ਬਰੀਕੀਆਂ ਲੋਕ ਨਾਚਾਂ ਦੀਆਂ ਕਿ ਕਿੱਦਾਂ ਦਾ ਹੋਣਾ ਚਾਹੀਦਾ, ਕਿੱਦਾਂ ਦਾ ਹੁੰਦਾ ਸੀ, ਇਹਦੇ 'ਚ ਕੀ ਹੋਰ ਆਪਾਂ ਸਟੇਜੀਕਰਨ ਵੇਲੇ ਸੋਚ ਕੇ ਕਰ ਸਕਦੇ ਹਾਂ, ਉਹ ਮੈਂ ਡਾਕਟਰ ਇੰਦਰਜੀਤ ਸਿੰਘ ਸਾਬਕਾ ਰਜਿਸਟਰਾਰ ਗੁਰੂ ਨਾਨਕ ਯੂਨੀਵਰਸਿਟੀ, ਉਹਨਾਂ ਕੋਲੋਂ ਮੈਂ ਬਹੁਤ ਉਹਨਾਂ ਨਾਲ ਸਿਟਿੰਗ ਕੀਤੀਆਂ ਨੇ, ਉਹਨਾਂ ਕੋਲ ਬਹੁਤ ਸਿੱਖਿਆ, ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਕਿ ਜੇ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਵੀ ਹੋਇਆ ਵਾਂ ਤੇ ਇਹ ਸ਼ਾਇਦ ਉਹਨਾਂ ਦੇ ਹੀ ਆਸ਼ੀਰਵਾਦ ਹੈ ਜੀ। ਨਾ ਤਾਂ ਮੈਂ ਕਹਿਣਾ ਕਿ ਜਿਹਦੇ ਤੋਂ ਬੰਦੇ ਨੇ ਆਪ ਸਿੱਖਿਆ ਹੁੰਦਾ ਨਾ, ਉਹਦੀ ਤਾਂ ਇੱਕ ਅਲੱਗ ਰਿਸਪੈਕਟ ਹੁੰਦੀ ਆ। ਜਦੋਂ ਹੁਣ ਇੰਨੀ ਮਿਹਨਤ ਕਰਨੀ, ਤੁਸੀਂ ਉਹਨਾਂ ਲੋਕ ਨਾਚਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਜਿਹੜੇ ਪਹਿਲਾਂ ਪਰਫਾਰਮ ਨਹੀਂ ਕੀਤੇ ਗਏ, ਲੋਕਾਂ ਨੂੰ ਜਿਨ੍ਹਾਂ ਬਾਰੇ ਪਤਾ ਨਹੀਂ ਆ, ਇਹ ਕੋਈ
ਆਮ ਗੱਲ ਨਹੀਂ, ਇਹ ਬਹੁਤ ਔਖੀ ਚੀਜ਼ ਆ ਕਿਉਂਕਿ ਖੋਜ ਕਿਸੇ ਚੀਜ਼ ਦੀ ਕਰਨੀ ਔਰ ਉਸ ਲੈਵਲ ਤੇ ਜਾ ਕੇ ਕਰਨੀ ਉਦੋਂ ਕੀ ਹੁੰਦਾ ਸੀ ਕਿਉਂਕਿ ਉਦੋਂ ਉਸ ਲੋਕ ਨਾਚ ਨੂੰ ਪਰਫਾਰਮ ਕਰਨ ਵਾਲੇ ਲੋਕ ਸੀਗੇ ਪਰ ਹੁਣ ਨਹੀਂ ਹੈਗੇ। ਕਿੱਥੋਂ ਕਿਤਾਬਾਂ ਲੱਭਦੇ ਆ, ਕਿੱਥੋਂ ਬੰਦਿਆਂ ਨੂੰ ਲੱਭਦੇ ਆ, ਕਿੰਨੀ ਮਿਹਨਤ ਮਸ਼ੱਕਤ ਲੱਗਦੀ ਆ ਕਿ ਲੋਕਾਂ ਤੱਕ ਸਹੀ ਚੀਜ਼ ਲੈ ਕੇ ਜਾਣਾ। ਮੈਂ ਕਿਤਾਬਾਂ ਘੱਟ ਪੜ੍ਹੀਆਂ ਜੀ। ਮੈਂ ਕੋਸ਼ਿਸ਼ ਇਹ ਕੀਤੀ ਕਿ ਜਿਹੜੇ ਬੰਦਿਆਂ ਨੇ ਇਹ ਚੀਜ਼ਾਂ ਨੂੰ ਆਪ ਹੰਡਾਇਆ ਆ, ਆਪ ਫਾਰਮ ਕੀਤਾ ਆ, ਮੈਂ ਉਹਨਾਂ ਨੂੰ ਮਿਲਾਂ, ਉਹਨਾਂ ਕੋਲ ਬੈਠਾਂ, ਉਹਨਾਂ ਕੋਲ ਜੋ ਕਹਿੰਦੇ ਨੇ ਉਹਨਾਂ ਨੂੰ ਕੰਟ ਕਰਨ ਦੀ ਕੋਸ਼ਿਸ਼ ਕਰਾਂ ਕਿ ਹਾਂ ਵੀ ਉਹੀ ਚੀਜ਼ ਮੁੜ ਕੇ ਸਾਹਮਣੇ ਆਵੇ। ਗੱਲ ਜਿੱਥੋਂ ਤੁਸੀਂ ਆਪਣੇ ਸਵਾਲ ਦੇ ਵਿੱਚ ਹੀ ਇਸ ਗੱਲ ਦਾ ਜਵਾਬ ਦੇ ਦਿੱਤਾ ਕਿ ਉਹ ਵਿਅਕਤੀ ਨਹੀਂ ਰਹੇ ਜਿਹੜੇ ਇਹ ਪਰਫਾਰਮ ਕਰਦੇ ਹੁੰਦੇ ਸੀ। ਬਿਲਕੁਲ, ਤਾਂ ਹੀ ਮੈਂ ਕਹਿੰਦੀ ਲੱਭਦੇ ਕਿੱਥੋਂ ਆ। ਬਿਲਕੁਲ, ਫਿਰ ਉਹਨੂੰ ਲੱਭਣ ਵਾਸਤੇ ਤੁਹਾਨੂੰ ਚੰਗਾ ਉਸਤਾਦ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਆਪਾਂ ਕਿਸੇ ਫੰਕਸ਼ਨ ਤੇ ਜਾਂਦੇ ਆ, ਕਿਸੇ ਵਿਆਹ ਤੇ ਸ਼ਾਦੀ ਚਲ ਗਏ, ਕਿਤੇ ਉੱਥੇ ਕੋਈ ਬਜ਼ੁਰਗ ਨੱਚਦਾ ਪਿਆ, ਤੁਸੀਂ ਵੇਖ ਲੈਂਦੇ ਹੋ ਕੋਈ ਬਜ਼ੁਰਗ ਜਾਂ ਇਸ ਬਾਰੇ ਜਾਂ ਤੁਹਾਡਾ ਡਾਂਸ ਵੇਖ ਕੇ ਤੁਹਾਨੂੰ ਆ ਕੇ ਕਹਿੰਦਾ ਵੀ ਕਾਕਾ ਤੂੰ ਭੰਗੜਾ ਪਾਉਣਾ ਤੇ ਮੈਂ ਫਲਾਣੀ ਥਾਂ ਤੇ ਇਦਾਂ ਕਰਦਾ ਹੁੰਦਾ ਸੀ, ਅਸੀਂ ਵੀ ਨੱਚਦੇ ਰਹੇ। ਫਿਰ ਬੰਦਾ ਉਹਨਾਂ ਨਾਲ ਬਹਿ ਜਾਂਦਾ 2 ਮਿੰਟ ਕਿ ਹਾਂਜੀ ਦੱਸਿਓ ਬਾਪੂ ਜੀ ਕਿਸ ਤਰ੍ਹਾਂ ਕਿਵੇਂ ਸੀ। ਅੱਛਾ ਜੀ। ਜਿਵੇਂ ਡੰਡਾਸ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਡੰਡਾਸ ਮੈਂ ਬਕਾਇਦਾ ਉਹਨਾਂ ਬੰਦੇ ਜਿਹੜੇ ਆਪ ਇਹਨਾਂ ਨੂੰ ਕਹਿੰਦੇ ਸੀ ਡੰਡੇ ਖੇਡਦੇ ਰਹੇ, ਉਹਨਾਂ ਨੂੰ ਪਰਸਨਲੀ ਮਿਲਿਆ, ਉਹਨਾਂ ਕੋਲ ਇਹ ਚੀਜ਼ਾਂ ਜਿਹੜੀਆਂ ਮੈਂ ਲੈਣੀਆਂ ਚਾਹੁੰਦਾ ਸੀ, ਮੈਂ ਉਹਨਾਂ ਤੋਂ ਸਿੱਖੀਆਂ ਸੁਣੀਆਂ ਤੇ ਉਸ ਤਰੀਕੇ ਨਾਲ ਇਹਦੇ ਸਾਰੇ ਫੀਲਡ ਦੇ ਵਿੱਚ ਖੋਜ ਕਰਨੀ ਬੜੀ ਔਖੀ ਹੋ ਗਈ ਹੋਈ ਹੈ ਕਿਉਂਕਿ ਜੇਕਰ ਤੁਸੀਂ ਅੱਜ ਕੱਲ੍ਹ ਤੇ ਹੁਣ ਤਾਈਓ ਜਿਹੜੀ ਚੀਜ਼ਾਂ ਨੇ ਉਹਦੀ ਡਾਕੂਮੈਂਟੇਸ਼ਨ ਬਹੁਤ ਜ਼ਰੂਰੀ ਹੈ। ਤੁਹਾਡੇ ਇਸ ਪ੍ਰੋਗਰਾਮ ਦੇ ਰਾਹੀਂ ਕਈ ਮੈਂ ਦੇਖੇ ਨੇ ਡਾਇਰੈਕਟਰਸ ਇੱਥੇ ਆਉਂਦੇ ਰਹੇ ਨੇ, ਉਹ ਚੀਜ਼ਾਂ ਸਾਰੀਆਂ ਡਾਕੂਮੈਂਟਾਈਜ਼ ਹੋ ਗਈਆਂ। ਉਹ ਚੀਜ਼ਾਂ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਰਾਹ ਦਸੇਰਾ ਜਿਹੜਾ ਹੈ ਉਹ ਬਣਨਗੀਆਂ। ਵਾਹ, ਬਹੁਤ ਖੂਬ। ਉਸਤਾਦ ਅੱਗੇ ਕਹਿਣਾ ਕਿ ਉਹ ਬੰਦਾ ਹੁੰਦਾ ਜਿਹਦੇ ਵਾਲ ਚਿੱਟੇ ਹੋ ਜਾਣੇ ਜੀ, ਐਨ ਜਿੱਦਾਂ ਕਹਿਣਾ ਕਿ ਇਹ ਉਸਤਾਦ ਆ, ਇਸ ਬੰਦੇ ਨੇ 20 25 30 ਸਾਲ ਲਾਤੇ ਇਸ ਫੀਲਡ ਦੇ ਵਿੱਚ। ਅਖੀਰ ਲੋਕ ਤਰਸ ਜਾਂਦੇ ਹੁੰਦੇ ਸੀ ਆਪਣੇ ਨਾਮ ਦੇ ਨਾਲ ਉਸਤਾਦ ਲਾਉਣ ਨੂੰ ਕਿ ਕਦੋਂ ਮੇਰੇ ਨਾਮ ਦੇ ਨਾਲ ਉਸਤਾਦ ਲੱਗੂਗਾ ਕਿ ਮੈਂ ਇੰਨੀ ਮਿਹਨਤ ਕਰ ਪਾਉਂਗਾ। ਹੁਣ ਤਾਂ ਜੀ 5 ਸਾਲ ਹੋਏ ਨਹੀਂ ਸਿਖਾਉਂਦਿਆਂ ਨੂੰ, ਇਹ ਸਾਡੇ ਉਸਤਾਦ ਆ। ਦੇਖੋ ਇਹ ਸਾਡੇ ਉਸਤਾਦ ਹੈ, ਮਤਲਬ ਕਿ ਉਹਨਾਂ ਦੇ ਸ਼ਾਗਿਰਦ ਨੇ ਕਿਹਾ ਨਾ, ਸ਼ਾਗਿਰਦ ਤੇ ਆਪਣੇ ਉਸਤਾਦ ਨੂੰ ਭਾਵੇਂ ਇੱਕ ਵਾਰੀ ਸਿੱਖਿਆ ਉਹਨੇ ਉਸਤਾਦ ਉਹਨੂੰ ਕਹਿਣਾ ਹੀ ਕਹਿਣਾ ਹੈ। ਇਹ ਚੀਜ਼ ਜਿਹੜੇ ਬੰਦਾ ਜਿਹੜਾ ਸਿਖਾਉਂਦਾ ਪਿਆ ਆਪਾਂ ਉਹਨੂੰ ਪੁੱਛੇ ਕਿ ਹਾਂ ਵੀ ਵੀਰੇ ਤੂੰ ਉਸਤਾਦ ਬਣ ਗਿਆ, ਫਿਰ ਜੇ ਉਹ ਕਹਿੰਦਾ ਹੈ ਕਿ ਹਾਂ ਵੀ ਮੈਂ ਬਣ ਗਿਆ, ਫਿਰ ਸੋਚਣ ਵਾਲੀ ਗੱਲ ਹੈ। ਅਦਰਵਾਈਜ਼ ਜੇਕਰ ਮੈਨੂੰ ਤੁਸੀਂ ਪੁੱਛੋ ਤੇ ਮੈਂ ਆਪ ਸਿਖਾਉਣ ਲੱਗਿਆ 100 ਚੀਜ਼ਾਂ ਸਿੱਖਦਾ ਕਿਉਂਕਿ ਜੇ ਅਸੀਂ ਭੰਗੜਾ ਜਾਂ ਕੋਈ ਹੋਰ ਲੋਕ ਨਾਚ ਮੈਂ ਕਿਸੇ ਨੂੰ ਸਿਖਾਉਣਾ ਆ ਕਿ ਹਰੇਕ ਬੱਚੇ ਦਾ, ਹਰੇਕ ਸਟੂਡੈਂਟ ਦਾ ਮੈਂਟਲ ਲੈਵਲ ਵੱਖਰਾ ਹੈ, ਉਹਦਾ ਸਰੀਰਕ ਬਣਤਰ ਵੱਖਰੀ ਹੈ, ਉਹਨੂੰ ਕਿਸ ਤਰੀਕੇ ਨਾਲ ਸਿਖਾਉਣਾ ਆ ਤੇ ਉਹ ਜਦੋਂ ਮੈਂ ਉਹਨੂੰ ਸਿਖਾਉਣਾ ਆ ਤੇ ਮੈਂ ਖੁਦ ਵੀ ਤਾਂ ਸਿੱਖਦਾ ਹੀ ਪਿਆ ਹੋਣਾ। ਇਸ ਲਈ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਬਹੁਤ ਵੀਡੀਓਜ਼ ਦੇਖਦੇ ਆ ਨਾ ਆਨਲਾਈਨ ਵੀ ਤੁਸੀਂ ਭੰਗੜਾ ਸਿੱਖੋ, ਆਨਲਾਈਨ ਤੁਸੀਂ ਗਿੱਧਾ ਸਿੱਖੋ, ਕੋਈ ਵੀ ਲੋਕ ਨਾਚ ਆ ਤੁਸੀਂ ਆਨਲਾਈਨ ਸਿੱਖੋ। ਪਰ ਮੈਨੂੰ ਇਦਾਂ ਕਦੇ-ਕਦੇ ਲੱਗਦਾ ਹੁੰਦਾ ਕਿ ਆਮ ਤੌਰ ਤੇ ਜਿੰਨਾ ਕੁ ਤੁਸੀਂ ਟੈਕਨੀਕਲੀ ਜਾਣਦੇ ਆ ਕਿ ਹੱਥ ਨੂੰ ਇੱਕ ਕਿੰਨੇ ਲੈਵਲ ਤੇ ਮਰੋੜਨਾ, ਕਿੰਨਾ ਮਰੋੜ ਕੇ ਗਾਂ ਲੈ ਕੇ ਜਾਣਾ, ਕਿਤੇ ਉਹ ਕਲਾਸੀਕਲ ਡਾਂਸ ਵਾਲੀ ਮੁਦਰਾ ਤਾਂ ਨਹੀਂ ਆ ਰਹੀ, ਕਿਤੇ ਆ ਮੁਦਰਾ ਤਾਂ ਨਹੀਂ ਆ ਰਹੀ, ਇਹ ਚੀਜ਼ਾਂ ਤਾਂ ਨਹੀਂ ਆਪਾਂ ਸੋਸ਼ਲ ਮੀਡੀਆ ਤੇ ਸਿੱਖ ਸਕਦੇ। ਦੇਖੋ ਜਿੱਦਾਂ ਦਾ ਪਿੱਛੇ ਜੇ ਸਿਨੈਰੀਓ ਰਿਹਾ ਹੈ ਕਰੋਨਾ ਕਾਲ ਦੇ ਵਿੱਚ ਤੇ ਕੁਝ ਵਿਅਕਤੀਆਂ ਨੇ ਆਪਣਾ ਰੁਜ਼ਗਾਰ ਚਲਾਉਣ ਵਾਸਤੇ ਕਹਿ ਸਕਦੇ ਹੈਗੇ ਹੋ ਤੁਸੀਂ ਤੇ ਇਹ ਚੀਜ਼ਾਂ ਕੀਤੀਆਂ ਵੀ ਆਨਲਾਈਨ ਕਰਨਾ ਮੈਂ ਨਹੀਂ ਸੋਚਦਾ ਕਿ ਮਾੜੀ ਗੱਲ ਹੈ। ਪਰ ਹਾਂ ਬਸ ਫਿਰ ਤੁਸੀਂ ਜਿਵੇਂ ਤੁਸੀਂ ਹੁਣ ਗੱਲ ਕਰਦੇ ਹੋ ਬਰੀਕੀ ਦੀ ਕਿ ਉਹ ਲੋਕ ਨਾਚ ਤੇ ਕਲਾਸੀਕਲ ਨਾਚ ਦੇ ਵਿਚਲਾ ਜਿਹੜਾ ਇੱਕ ਜਿਹੜਾ ਖਲਾ ਆ ਉਹਦੇ ਵਿੱਚ ਨਾ ਕਿਤੇ ਜਾ ਵੜਨ ਉਹ ਕਿ ਉਹ ਭੰਗੜੇ ਦੇ ਵਿੱਚ ਕਿਤੇ ਲੋਕ ਨਾਚ ਦੇ ਵਿੱਚ ਕਲਾਸੀਕਲ ਦੀਆਂ ਚੀਜ਼ਾਂ ਨਾਲ ਜੁੜ ਜਾਣ ਕਿਤੇ ਮਤਲਬ ਜੇ ਹੁਣ ਜਿਹੜੇ ਲੋਕ ਕਲਾਸੀਕਲ ਸਿੱਖਦੇ ਆ ਉਹ ਪ੍ਰੋਪਰ ਕਲਾਸੀਕਲ ਦੇ ਹੰਡੇ ਹੋਏ ਬੰਦੇ ਤੋਂ ਟ੍ਰੇਨਿੰਗ ਲੈਣ, ਹਨਾ। ਅੱਛਾ, ਟ੍ਰੇਨਿੰਗ ਦੀ ਗੱਲ ਚੱਲੀ ਆ, ਮੈਂ ਤੁਹਾਨੂੰ ਇੱਕ ਗੱਲ ਇਹ ਪੁੱਛਣਾ ਚਾਹੂੰਗੀ, ਜਿੱਦਾਂ ਹੁਣ ਬਹੁਤ ਸਾਰੇ ਲੋਕਾਂ ਨੂੰ ਸ਼ੌਕ ਆ ਕਿ ਉਹ ਲੋਕ ਨਾਚ ਸਿੱਖਣ ਜੀ, ਉਹ ਟ੍ਰੇਨਿੰਗ ਲੈਣ, ਘਰ ਦੇ ਕਹਿਣ ਲੱਗ ਪੈਂਦੇ ਲੈ ਦੱਸ ਚੰਗੀ ਤਰ੍ਹਾਂ ਪੜ੍ਹੀ ਜਾ, ਤੂੰ ਕਿਹੜੇ ਚੱਕਰਾਂ 'ਚ ਪਿਆ ਆ, ਹਨਾ, ਕਿਹੜੇ ਚੱਕਰਾਂ 'ਚ ਪਈ ਆ। ਇੱਦਾਂ ਦੀਆਂ ਬੜੀਆਂ ਸਾਰੀਆਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਕਿੱਦਾਂ ਵਧੀਆ ਬੰਦਾ ਲੱਭ ਸਕਦੇ ਆ ਆਪਾਂ ਜਿਨ੍ਹਾਂ ਕੋਲ ਜਾ ਕੇ ਆਪਾਂ ਸਿੱਖੀਏ ਔਰ ਸਾਨੂੰ ਵਾਕਈ ਉਹ ਸਿਖਾਉਣ ਜਿਹੜੇ ਲੱਗਣ ਕਿ ਹਾਂ ਪੁਰਾਣੇ ਬਾਬੇ ਇੱਦਾਂ ਨੱਚਦੇ ਸੀ। ਦੇਖੋ ਜੀ, ਆਪਾਂ ਜੇ ਕਿਸੇ ਬਿਮਾਰੀ ਦਾ ਇਲਾਜ ਕਰਨ ਵੀ ਜਾਂਦੇ ਆ ਤੇ ਸਭ ਤੋਂ ਪਹਿਲਾਂ ਜਾ ਕੇ ਇਹੀ ਪਤਾ ਕਰਦੇ ਹਾਂ ਕਿ ਡਾਕਟਰ ਦੀ ਕੁਆਲੀਫਿਕੇਸ਼ਨ ਕੀ ਹੈਗੀ ਹੈ, ਫਿਰ ਉਹਦਾ ਆਲੇ ਦੁਆਲੇ ਪਤਾ ਕਰਦੇ ਕਿ ਲੋਕਾਂ ਦੇ ਵਿੱਚ ਉਹਦਾ ਲੋਕਾਂ ਜਿਨ੍ਹਾਂ ਨੇ ਇਲਾਜ ਕਰਾਇਆ ਉਹ ਕਿੱਦਾਂ ਦੇ, ਉਹਨਾਂ ਦੇ ਰਿਵਿਊਜ਼ ਕਿੱਦਾਂ ਦੇ ਨੇ, ਉਹ ਤੋਂ ਤੁਸੀਂ ਜੱਜ ਕਰ ਸਕਦੇ ਹੋ ਕਿ ਹਾਂਜੀ ਤੁਸੀਂ ਜਿਹਨਾਂ ਕੋਲ ਸਿੱਖਣ ਜਾਂਦੇ ਪਏ ਉਹ ਕਿੱਦਾਂ ਦੇ ਨੇ। ਔਰ ਮੇਰੀ ਇਹ ਪਰਿਵਾਰਾਂ ਸਾਹਮਣੇ, ਮਾਪਿਆਂ ਸਾਹਮਣੇ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਚੰਗੇ ਉਸਤਾਦਾਂ ਕੋਲ ਹੀ ਭੇਜੋ, ਭਾਵੇਂ ਉਹ ਥੋੜਾ ਸਿੱਖਣ ਭਾਵੇਂ ਬਹੁਤਾ ਸਿੱਖਣ, ਪਰ ਘੱਟੋ ਘੱਟ ਉਹ ਚੀਜ਼ ਸਿੱਖਣਗੇ ਕਿ ਜਿਹੜੀ ਸਹੀ ਹੈ। ਬਿਲਕੁਲ।
ਬਹੁਤ ਖੂਬ, ਬਹੁਤ ਖੂਬ। ਜੀ। ਅਸੀਂ ਹੁਣ ਦੇਖਦੇ ਹਾਂ ਕਿ ਸਾਡੇ ਇੱਥੇ ਚਾਹੇ ਸਾਡੇ ਕੋਲ ਟਾਈਮ ਹੁੰਦਾ ਆ, ਚਲੋ ਫੰਕਸ਼ਨਸ ਦੇ ਉੱਤੇ ਹੀ ਹੁੰਦਾ, ਗੱਲ ਮੁੜ ਕੇ ਉੱਥੇ ਹੀ ਆਉਂਦੀ ਆ ਕਿ ਅਸੀਂ ਹੁਣ ਜ਼ਿਆਦਾਤਰ ਆਪਣੇ ਫੰਕਸ਼ਨਸ ਦੇ ਉੱਤੇ ਹੀ ਲੋਕ ਨਾਚਾਂ ਦੇ ਨਾਲ ਜੁੜਦੇ ਆ, ਹਨਾ। ਨਾਰਮਲ ਲਾਈਫ ਦੇ ਵਿੱਚ ਜਿਹਦਾ ਪ੍ਰੋਫੈਸ਼ਨ ਆ ਉਹੀ ਜੁੜੂਗਾ, ਨਹੀਂ ਤਾਂ ਨਹੀਂ ਜੁੜਿਆ ਜਾਂਦਾ। ਜੀ। ਪਰ ਜਦੋਂ ਵਿਦੇਸ਼ਾਂ ਦੇ ਵੱਲ ਰੁੱਖ ਕਰਦੇ ਆ ਨਾ, ਉਹ ਲੋਕ ਬੜੇ ਉਹ ਰਹਿੰਦੇ ਆ। ਮੈਂ ਦੇਖਿਆ ਕਿ ਉਧਰਲੇ ਜਿਹੜੇ ਜੰਮਿਓ ਵੀ ਬੱਚੇ ਹੈਗੇ ਪੰਜਾਬੀਆਂ ਦੇ, ਜੀ। ਉਹਨਾਂ ਨੂੰ ਵੀ ਭੰਗੜੇ ਦਾ ਇੱਕ ਅਲੱਗ ਹੀ ਕਰੇਜ਼ ਹੋ ਗਿਆ। ਭੰਗੜੇ ਦਾ ਲੈਵਲ ਹੀ ਬਹੁਤ ਉੱਚਾ ਹੋ ਚੁੱਕਿਆ ਪਹਿਲਾਂ ਨਾਲੋਂ, ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਲੋਕ ਨਾਚ ਜਾਣ ਦੇ ਨਾਲ। ਉੱਥੇ ਕੀ ਕਹੋਗੇ? ਉਹ ਚੰਗੀ ਗੱਲ ਹੈ ਜੀ। ਮੈਂ ਤਾਂ ਇਹ ਕਹਾਂ ਕਿਉਂਕਿ ਅੱਗੇ ਸੀ ਕਿ ਪੰਜਾਬ ਜਿਹੜਾ ਆ ਉਹ ਇੱਥੇ ਵੱਸਦਾ ਹੈ, ਫਿਰ ਹੁਣ ਤੇ ਪੰਜਾਬੀ ਹਰ ਥਾਂ ਵੱਸਦੇ, ਤੇ ਜਿੱਥੇ ਪੰਜਾਬੀ ਵੱਸਦੇ ਨੇ ਉੱਥੇ ਲੋਕ ਨਾਚ ਵੀ ਨਾਲੋਂ ਨਾਲ ਪੁੱਜ ਗਏ। ਔਰ ਜਦੋਂ ਇੱਥੋਂ ਸਾਡੇ ਮੇਰੇ ਸੀਨੀਅਰਸ ਜਿਹੜੇ ਨੇ ਉਹ ਇੱਥੋਂ ਭੰਗੜਾ ਸਿੱਖ ਕੇ ਉੱਥੇ ਗਏ, ਉਹ ਕਿਸੇ ਜਿਵੇਂ ਆਪਾਂ ਪਹਿਲਾਂ ਤਾਂ ਹਰ ਇੱਕ ਨੂੰ ਫਿਰ ਉਹੀ ਗੱਲ ਕਿ ਜਾ ਕੇ ਪਹਿਲਾਂ ਤਾਂ ਆਪਣੇ ਰੁਜ਼ਗਾਰ ਦਾ ਹੀ ਹੁੰਦਾ ਕਿ ਜਦੋਂ ਪਰਿਵਾਰ ਸਾਰੇ ਸੈੱਟ ਹੋ ਗਏ ਉਹਨਾਂ ਦੇ, ਤੇ ਉਹਨਾਂ ਨੇ ਜੇ ਕਿਤੇ ਫੰਕਸ਼ਨ ਦੇ ਉੱਤੇ ਪਰਫਾਰਮ ਕਰਨਾ, ਭੰਗੜਾ ਪਾਉਣਾ, ਤੇ ਉਹਨਾਂ ਨੂੰ ਜਿਹੜੇ ਲਾਗੇ ਚਾਗੇ ਵਾਲੇ ਜਿੰਨੇ ਲੋਕੈਲਿਟੀ ਦੇ ਉਹਨਾਂ ਨੇ ਕਹਿਣਾ ਵੀ ਸਾਡੇ ਬੱਚੇ ਨੂੰ ਵੀ ਸਿਖਾਓ, ਸਾਡੇ ਬੱਚੇ ਨੂੰ ਵੀ ਸਿਖਾਓ। ਉਹਨਾਂ ਨੇ ਫਿਰ ਇਹ ਹੌਲੀ ਹੌਲੀ ਜਿਹੜਾ ਹੈ ਕਲੱਬਸ ਬਣਾਉਣੇ ਸ਼ੁਰੂ ਕੀਤੇ, ਉਹਦੇ ਜਿਹੜੀਆਂ ਅਕੈਡਮੀਜ਼ ਉਹ ਬਣੀਆਂ, ਤੇ ਉੱਥੇ ਉਹਨਾਂ ਨੇ ਭੰਗੜਾ ਜਿਹੜਾ ਉਹ ਪਾਉਣਾ ਸ਼ੁਰੂ ਕੀਤਾ। ਜੀ। ਹੁਣ ਉਸ ਭੰਗੜੇ ਦੇ ਵਿੱਚ ਨਾਲ ਨਾਲ ਆਧੁਨਿਕਰਨ ਹੁੰਦਾ ਹੈ ਉਹਦਾ, ਥੋੜੀ ਜੀ ਉਹਦੇ ਵਿੱਚ ਜਿਹੜੀ ਤੇਜ਼ੀ ਆਉਂਦੀ ਹੈ, ਤੇਜ਼ੀ ਆਉਣ ਦੇ ਨਾਲ ਉਹ ਥੋੜੀ ਥੋੜੀ ਕਰਦੇ ਉਹ ਕਈ ਵਾਰੀ ਤੇ ਇੰਨੀ ਵੱਧ ਜਾਂਦੀ ਹੈ ਕਿ ਤੁਹਾਨੂੰ ਐਂ ਲੱਗਣ ਲੱਗ ਪੈਂਦਾ ਕਿ ਭੰਗੜਾ ਨਹੀਂ ਹੋਣ ਪੈ ਰਿਹਾ, ਇਹ ਕੁਝ ਹੋਰ ਹੀ ਹੋ ਗਿਆ। ਹਾਂਜੀ, ਕਿ ਇਹ ਕਾਸਟਿਊਮ ਜ਼ਰੂਰ ਭੰਗੜੇ ਵਾਲੇ ਨੇ ਪਰ ਨਹੀਂ, ਕਿ ਇਹ ਭੰਗੜਾ ਨਹੀਂ ਪੈ ਰਿਹਾ। ਪਰ ਇਹ ਹੈ ਕਿ ਫਿਰ ਵੀ ਜੇਕਰ ਉੱਥੇ ਵੀ 100 ਅਕੈਡਮੀਜ਼ ਨੇ, ਉਹਦੇ ਵਿੱਚੋਂ ਕੁਝ ਜਿਹੜੇ ਨੇ ਉਹ ਇਦਾਂ ਦੇ ਜ਼ਰੂਰ ਹੋਣਗੇ ਜਿਹੜੇ ਭੰਗੜੇ ਦਾ ਸਹੀ ਸਰੂਪ ਜਿਹੜਾ ਆ ਉਹਨੂੰ ਸੰਭਾਲਦੇ ਹੋਣਗੇ। ਜਿਵੇਂ ਸਾਡੇ ਦਲਜਿੰਦਰ ਭਾਜੀ ਨੇ ਜਿਹੜੇ DAV ਕਾਲਜ, ਗੁਰਸਰ ਸੁਧਾਰ ਕਾਲਜ ਦੇ ਵਿੱਚ ਕੋਚ ਕਰਦੇ ਰਹੇ ਨੇ, ਇਹ ਵੀ ਬਾਹਰ ਨੇ। ਹੋਰ ਮੇਰੇ ਕਈ ਸੀਨੀਅਰਸ ਨੇ ਜਿਹੜੇ ਇਸ ਵੇਲੇ ਬਾਹਰ ਨੇ ਔਰ ਆਪਣੇ ਕੰਮਕਾਰ 'ਚ ਸਮਾਂ ਕੱਢ ਕੇ ਬਹੁਤ ਮਿਹਨਤ ਤੇ ਮਸ਼ੱਕਤ ਦੇ ਨਾਲ ਆਪਣੇ ਲੋਕ ਨਾਚਾਂ ਨੂੰ ਬਹੁਤ ਸਾਰੇ ਲੋਕ ਸਾਂਭ ਰਹੇ ਆ। ਬੜੀ ਸਾਰੀ ਗੱਲਬਾਤ ਆਪਾਂ ਕੀਤੀ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਆ। ਗਾਂ ਵੀ ਆਪਾਂ ਇਦਾਂ ਹੀ ਹੋਰ ਮੈਂ ਚਾਹੁੰਦੀ ਆ ਗੱਲਬਾਤ ਜਾਰੀ ਰੱਖੀਏ, ਪਰ ਟਾਈਮ ਕਹਿੰਦਾ ਜਦੋਂ ਮੈਂ ਚਾਹੁੰਦਾ ਆ ਨਾ ਮੈਂ ਮੁੱਕਣਾ ਤੇ ਮੈਨੂੰ ਕੋਈ ਰੋਕ ਨਹੀਂ ਸਕਦਾ। ਪਰ ਮੈਂ ਆਪ ਜੀ ਨੂੰ ਨਾ ਜਾਂਦਿਆਂ ਇਹ ਕੁਝ ਜ਼ਰੂਰ ਤੁਹਾਡੇ ਕੋਲੋਂ ਟਿਪਸ ਲੈਣਾ ਚਾਹੂੰਗੀ, ਜਾਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋ, ਕੋਈ ਖਾਸ ਗੱਲ ਸਾਡੇ ਨਾਲ ਕਰਨੀ ਚਾਹੋ ਜਾਂਦੇ ਹੋਏ। ਸੰਦੇਸ਼ ਤੇ ਮੈਂ ਏਡਾ ਤੇ ਕੋਈ ਮਸੀਹਾ ਨਹੀਂ ਜੀ ਕਿ ਮੈਂ ਸੰਦੇਸ਼ ਦੇਵਾਂ। ਮੈਂ ਬੇਨਤੀ ਕਰ ਸਕਦਾ ਕਿ ਜਿਵੇਂ ਮੈਂ ਪਹਿਲਾਂ ਹੀ ਇੰਟਰਵਿਊ ਦੇ ਵਿੱਚ ਵੀ ਦੱਸਿਆ ਕਿ ਮਾਪਿਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਲੋਕ ਨਾਚਾਂ ਨਾਲ ਜ਼ਰੂਰ ਜੋੜਨ, ਚੰਗੇ ਉਸਤਾਦਾਂ ਕੋਲ ਭੇਜਣ, ਔਰ ਬੱਚੇ ਆਪਣੇ ਮਾਪਿਆਂ ਦੀ ਇੱਜ਼ਤ ਕਰਨ, ਆਪਣੇ ਉਸਤਾਦਾਂ ਦੀ ਇੱਜ਼ਤ ਕਰਨ, ਕਿਉਂਕਿ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਉਸਤਾਦੀ ਸ਼ਾਗਿਰਦੀ ਇਸੇ ਤਰੀਕੇ ਨਾਲ ਚੱਲਦੀ ਰਹੇ। ਔਰ ਜਿਹੜੇ ਸਾਡੇ ਉਸਤਾਦ ਲੋਕ, ਜਿਹੜੇ ਕੰਪਨੀਸ ਨੇ, ਜਿਹੜੇ ਕਿ ਇਸੇ ਲੋਕ ਨਾਚਾਂ ਤੋਂ ਹੀ ਖਾਂਦੇ ਕਮਾਉਂਦੇ ਪਏ ਨੇ, ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਮਿਲੇ ਅੱਗੇ ਆਉਣ ਦਾ, ਔਰ ਸਾਡਾ ਲੋਕ ਨਾਚ ਹੈ ਜਿਹੜਾ ਉਹ ਹੋਰ ਪ੍ਰਫੁੱਲਤ ਹੋਵੇ। ਬਹੁਤ ਵਧੀਆ ਗੱਲ ਤੁਸੀਂ ਕਹੀ ਆ, ਕਿਉਂਕਿ ਸਾਡੇ ਲੋਕ ਨਾਚ ਉਹਨਾਂ ਉਸਤਾਦਾਂ ਦੇ ਸਿਰ ਤੇ ਆ। ਢੋਲ ਵਾਲੇ ਭਾਜੀ ਹੋ ਗਏ ਜਾਂ ਹੋਰ ਅਲਗੋਜ਼ਿਆਂ ਤੇ ਵੀ ਜਿੰਨੇ ਸੱਜਣਦੇ ਹੁੰਦੇ ਨੇ, ਉਹਨਾਂ ਦੇ ਨਾਲ ਤਾਂ ਵੱਖਰੀ ਗੱਲਬਾਤ ਹੁੰਦੀ ਆ। ਵਾਕਈ ਸਾਡੇ ਲੋਕ ਨਾਚ ਸਾਨੂੰ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਸਿਖਾ ਜਾਂਦੇ ਆ ਨਾ, ਸਾਨੂੰ ਵੀ ਕਈ ਵਾਰੀ ਬਾਅਦ ਚ ਪਤਾ ਲੱਗਦਾ ਕਿ ਗੱਲਾਂ ਚ ਅਸੀਂ ਇੰਨੀ ਜਾਣਕਾਰੀ ਇਹਨਾਂ ਲੋਕ ਨਾਚਾਂ ਤੋਂ ਹਾਸਲ ਕਰ ਲਈ। ਜਿਵੇਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਕਿਹਾ ਸੀਗਾ ਕਿ ਬੋਲੀਆਂ ਚਾਹੇ ਭੰਗੜੇ ਦੀਆਂ ਹੋਣ ਚਾਹੇ ਗਿੱਧੇ ਦੀਆਂ ਹੋਣ, ਪਰ ਉਸ ਦੇ ਵਿੱਚ ਕੀਤੀਆਂ ਗਈਆਂ ਗੱਲਾਂ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ ਨੇ। ਹੁਣ ਅੱਜ ਦੀਆਂ ਗੱਲਾਂ ਬਾਤਾਂ ਇੱਥੇ ਹੀ ਖਤਮ। ਪ੍ਰੋਗਰਾਮ ਗੱਲਾਂ ਤੇ ਗੀਤ ਮੁਕਾਉਂਦੇ ਆ। ਨੀਤੀ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਦਰਸ਼ਕੋ, ਤੁਹਾਡਾ ਵੀ ਸ਼ੁਕਰੀਆ।